वाहिगुरु जी का खालसा वाहिगुरु जी की फतेह। राजान राज पानन पान देवान देव उपमा महान दे मालक श्री गुरु ग्रंथ साहिब सच्चे पातशाह जी की पावन गोद विच प्यार ते सत्कार सहित जुड़ बैठे हो। गुरु कृपा दे पात्र हो आप। जिन्हों सतगुरां दे जीवन कौतक सरवण करन दा इस जिंदगी विच सुभाग प्राप्त होया है। आओ इन्हां घड़ियां नूं सफलियां बनाइए। कल शाम के दीवाना विच आप जी ने सरवण कीता सी जिस वेले राय बुलार जी के सामने सतगुरां दे पिता जी ने स्पष्ट कह दिता, मैं अपने पुत्र नूं घर विच नहीं रख सकता। पूर्ण कोशिश की है अपने पुत्र नूं गुनहगार साबित करन दी। गुरु नानक साहब सच्चे पातशाह जी ने कोई सफाई नहीं दी। शांत चित ते खामोश हन। कुछ समा सोच समझ के राय बुलार जी आखण लगे, मेहता कालू जी तुहाडे दोवां दे सुभाव पूर्व ते पश्चिम की तरह ने, कदे भी इकट्ठे नहीं हो सकते ते तुसी इस कलेश नूं छड्ड नहीं सकते। असी चाहुंदे हां नानक जी इस घर को छड्ड के चले जाणगे किथे? वड्डी भैन दे घर। जयराम जी के कोल इन्हां नूं भेज दिता जाएगा। सतगुरां दे कोल पुछया गया है कि तुसी जाना चाहुंदे हो? गुरु नानक पातशाह ने भरे दरबार विच आखिया, राय बुलार जी जो तुहाडी मौज है, तुसी जो आखोगे मैनूं परवाह नहीं। उस वेले राय बुलार जी ने खत लिखे है, चिट्ठी लिखी है। इन्हां सारे प्रसंगां नूं आप जी ने बड़े विस्तार सहित सरवण करके आनंद माने है। आओ सुरत करके चलिए उस पावन दरबार विच जिथे दुनिया दे वाली आप खड़े ने। पाओ प्रेम दी सांझ गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। सोरठ यह बिद कह कर राए, पाटी लिखी जयराम को। जिस वेले भरी कचहरी दे विच राय बुलार जी ने अपनी सलाह ते अपना अकीदा दसिया भी इस झगड़े नूं खत्म करन दे वास्ते घर दे विचों एक नूं पासे होना है। पिता जी कहते हर फैसला मंजूर है, हर गल परवान है। उस वेले
ਰਾਏ ਬੁਲਾਰ ਜੀ ਨੇ ਕਾਗਜ਼ ਮੰਗਾਇਆ, ਕਲਮ ਦੇ ਨਾਲ ਖਤ ਲਿਖਿਆ ਸਤਿਗੁਰਾਂ ਦੇ ਜੀਜਾ ਜੈ ਰਾਮ ਜੀ ਨੂੰ। ਹੁਣ ਇਹ ਅੰਦਰ ਦੀ ਗੱਲ ਹੈ, ਸਤਿਗੁਰਾਂ ਦੇ ਪਿਤਾ ਇਸ ਗੱਲ ਨੂੰ ਨਹੀਂ ਜਾਣਦੇ, ਕਿਉਂਕਿ ਰਾਏ ਬੁਲਾਰ ਜੀ ਨੇ ਜੈ ਰਾਮ ਜੀ ਨੂੰ ਇੱਕ ਦਿਨ ਆਪਣੀ ਕਚਹਿਰੀ 'ਚ ਬੁਲਾਇਆ ਸੀ ਜਦੋਂ ਮਿਲਣ ਆਈ ਸੀ। ਜੋ ਖਤ ਵਿੱਚ ਲਿਖ ਰਹੇ ਨੇ ਨਾ, ਇਹ ਸਭ ਗੱਲਾਂ ਮੂੰਹੋਂ ਮੂੰਹੀ ਪਹਿਲਾਂ ਹੋ ਚੁੱਕੀਆਂ ਨੇ। ਖਤ ਦੇ ਵਿੱਚ ਲਿਖਿਆ ਹੈ, ਵੱਡੇ ਭਾਗ ਨੇ ਤੁਹਾਡੇ ਜਿਨ੍ਹਾਂ ਨੂੰ ਸ੍ਰਿਸ਼ਟੀ ਦਾ ਮਾਲਕ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਰਿਸ਼ਤੇਦਾਰੀ ਵਿੱਚ ਪ੍ਰਾਪਤ ਹੋਇਆ। ਪਰ ਜੈ ਰਾਮ ਜੀ ਇੱਕ ਗੱਲ ਯਾਦ ਰੱਖਿਓ, ਗੁਰੂ ਨਾਨਕ ਸਾਹਿਬ ਨੂੰ ਰਿਸ਼ਤੇਦਾਰ ਨਾ ਸਮਝਿਓ, ਇਹਨਾਂ ਨੂੰ ਆਪਣਾ ਸਕਾ ਤੇ ਸੰਬੰਧੀ ਨਾ ਜਾਣਿਓ। ਨਾਨਕ ਤੁਮ ਢਿਗਿਆਏ, ਭਾਗ ਵੱਡੇ ਨਿਜ ਜਾਣੀਏ। ਅਸੀਂ ਆਪ ਨਾਨਕ ਜੀ ਨੂੰ ਤੁਹਾਡੀ ਤਰਫ ਭੇਜ ਰਹੇ ਹਾਂ, ਤੁਹਾਡੇ ਗ੍ਰਹਿ ਤੁਹਾਡੇ ਘਰ ਆ ਰਹੇ ਨੇ। ਆਪਣੇ ਆਪ ਨੂੰ ਵਡਭਾਗਾ ਜਾਣਿਓ, ਸ਼ੁਭ ਕਰਮਾਂ ਵਾਲਾ ਜਾਣਿਓ। ਕਿੰਨੇ ਵੱਡੇ ਭਾਗ ਤੁਹਾਡੇ ਹੋਣਗੇ ਜਿਨ੍ਹਾਂ ਦੇ ਗ੍ਰਹਿ, ਜਿਨ੍ਹਾਂ ਦੇ ਘਰ ਪਰਮੇਸ਼ਰ ਆਪ ਆਉਣ ਲੱਗੇ। ਇਹਨਾਂ ਦੀ ਸੇਵਾ ਦੇ ਵਿੱਚ ਕੋਈ ਕਮੀ ਪੇਸ਼ੀ ਨਾ ਰਹੇ, ਇਹਨਾਂ ਨੂੰ ਕਦੇ ਰੋਕਣਾ ਨਹੀਂ ਕਿਸੇ ਕੰਮ ਤੋਂ। ਜੋ ਕਰਨਾ ਚਾਹੁੰਦੇ ਨੇ ਚਿੱਤ ਲਾ ਕੇ ਕਰ ਲੈਣ ਦਿਓ। ਜੰਗ ਛੰਦ ਜਿਤੀ ਸੇਵ ਹੋਵੇ ਕਰੋ, ਆਪ ਜਾਕੀ ਲਿਖੀ ਆਏ ਐਸੇ, ਭਇਓ ਪ੍ਰੇਮ ਛਾਕੇ। ਖਤ ਨੂੰ ਲਿਖ ਕੇ ਬੰਦ ਕਰ ਦਿੱਤਾ ਗਿਆ, ਜਿਹਦੇ ਵਿੱਚ ਸਪੈਸ਼ਲੀ ਲਿਖਿਆ ਹੈ, ਜਿੰਨੀ ਸੇਵਾ ਹੋਈ ਉਨੀ ਕਰ ਲਿਓ, ਕਿਸੇ ਵਸਤੂ ਦੀ ਲੋੜ ਹੋਵੇ ਤੇ ਸਾਡੇ ਤਾਂ ਹੀ ਹੁਕਮ ਭੇਜ ਦਿਓ, ਪਰ ਕਦੇ ਇਹਨਾਂ ਨੂੰ ਨਿਰਾਸ਼ ਨਾ ਕਰਿਓ। ਰੱਬ ਦੇ ਪਿਆਰੇ ਭਗਤੀ ਵਾਲੇ ਨੇ, ਆਪਣੀ ਮੌਜ ਵਿੱਚ, ਆਪਣੇ ਆਨੰਦ ਵਿੱਚ, ਆਪਣੀ ਮਸਤੀ ਦੇ ਵਿੱਚ ਰਹਿਣ ਵਾਲੇ ਨੇ। ਆਸ ਹੈ ਤੁਸੀਂ ਇਹਨਾਂ ਦਾ ਮਨ ਪਰਚਾਓਗੇ। ਖਤ ਨੂੰ ਲਿਖਦਿਆਂ ਹੋਇਆਂ, ਬੰਦ ਕਰਦਿਆਂ ਹੋਇਆਂ ਰਾਏ ਬੁਲਾਰ ਜੀ ਨੇ ਸਪਸ਼ਟ ਲਿਖਿਆ ਹੈ, ਮਨ ਬੜਾ ਬਰਾਗੀ ਹੋਇਆ। ਤੇ ਜਦੋਂ ਮਨ 'ਚ ਬਰਾਗ ਆ ਜੇ ਨਾ, ਫਿਰ ਕਲਮ 'ਚ ਵੀ ਆ ਜਾਂਦਾ ਹੈ। ਲਿਖ ਦਿੱਤਾ, ਸੰਭਾਲ ਕਰਿਓ ਇਹਨਾਂ ਦੀ। ਇਹਨਾਂ ਦੇ ਪਿਤਾ ਜੀ ਨੇ ਜੋ ਰਸੂਖ ਇਹਨਾਂ ਦੇ ਨਾਲ ਕੀਤਾ ਹੈ, ਉਹ ਬਿਆਨ ਕਰਨ ਦੇ ਲਾਇਕ ਨਹੀਂ। ਬੜੀ ਵਾਰ ਸਮਝਾ ਕੇ ਵੇਖਿਆ, ਪਰ ਇੱਕ ਧਿਰ ਨੂੰ ਝੁਕਣਾ ਪੈਣਾ ਹੈ, ਇੱਕ ਨੂੰ ਪਾਸੇ ਹੋਣਾ ਪੈਣਾ ਹੈ। ਇਹਨਾਂ ਦੇ ਪਿਤਾ ਕਦੇ ਬਦਲ ਨਹੀਂ ਸਕਦੇ। ਦਈ ਹਾਥ ਮੈਂ ਹੀਰ, ਰੂਪਿੰਗ ਦਇਆਲਾ, ਬੁਲਾਇਓ ਮੁਝੇ ਸੰਗ, ਦੇਨੇ ਕਿਰਪਾਲਾ। ਖਤ ਲਿਖ ਕੇ ਚਿੱਠੀ ਨੂੰ ਬੰਦ ਕਰਕੇ ਰਾਏ ਬੁਲਾਰ ਜੀ ਨੇ ਇਹ ਖਤ ਗੁਰੂ ਨਾਨਕ ਸਾਹਿਬ ਜੀਆਂ ਦੇ ਘਰ ਕਮਲਾਂ ਵਿੱਚ ਦੇ ਦਿੱਤਾ। ਹੱਥ ਜੋੜ ਕੇ ਕਹਿਣ ਲੱਗੇ, ਪਾਤਸ਼ਾਹ ਜਦ ਜਾਓਗੇ ਸਿਰਫ ਇੱਕ ਖਤ ਫੜਾ ਦਿਓ। ਇਸ ਚਿੱਠੀ ਵਿੱਚ ਜੋ ਲਿਖਿਆ ਉਹ ਜਾਂ ਰਾਏ ਬੁਲਾਰ ਜਾਣਦੇ ਆ ਤੇ ਜਾਂ ਪੜ੍ਹਨ ਵਾਲੇ ਜਾਣਨਗੇ। ਲਿਖਤਮ ਤੇ ਪੜ੍ਹਤਮ ਦੋਨਾਂ ਦੇ ਵਿੱਚ ਵਿਚਕਾਰ ਹੈ, ਦੂਜਾ ਤੀਜਾ ਕੋਈ ਵੀ ਇਸ ਖਤ ਨੂੰ ਨਹੀਂ ਜਾਣ ਸਕਦਾ। ਸਤਿਗੁਰਾਂ ਦੇ ਪਿਤਾ ਨੇ ਵੀ ਖਤ ਨਹੀਂ ਪੜ੍ਹਿਆ, ਉਹਨਾਂ ਨੂੰ ਵੀ ਨਹੀਂ ਪਤਾ ਇਹਦੇ ਵਿੱਚ ਕੀ ਲਿਖਿਆ ਹੋਇਆ। ਫਿਰ ਰਾਏ ਬੁਲਾਰ ਜੀ ਨੇ ਆਪਣਾ ਇੱਕ ਸੇਵਕ ਭੇਜਿਆ, ਭਾਈ ਬਾਲਾ ਜੀ। ਕਹਿੰਦੇ ਮੈਨੂੰ ਸੱਦਾ ਦਿੱਤਾ ਗਿਆ, ਬੁਲਾਇਆ ਗਿਆ ਤੇ ਮੈਂ ਕਚਹਿਰੀ ਵਿੱਚ ਆ ਕੇ ਮੱਥਾ ਟੇਕਿਆ। ਸਾਡੇ ਪਿੰਡ ਦੇ ਸ਼ਹਿਰ ਦੇ ਰਾਜੇ ਨੇ, ਉਜੜ ਲੋਕ ਨੇ, ਉਮਰ ਵਿੱਚ ਵੱਡੇ, ਮੇਰੇ ਤੇ ਹੁਕਮ ਲਾਇਆ। ਕਹਿੰਦੇ ਬਾਲਾ ਜੀ ਤੁਹਾਨੂੰ ਨਾਨਕ ਜੀ ਦੇ ਨਾਲ ਜਾਣਾ ਪੈਣਾ। ਮੈਂ ਕਿਹਾ ਜੀ ਸਤਿਗੁਰ ਚ। ਭਾਈ ਬਾਲਾ ਜੀ ਕਹਿੰਦੇ ਮੇਰੀ ਤੇ ਖੁਸ਼ੀ ਦਾ ਟਿਕਾਣਾ ਨਹੀਂ ਸੀ, ਮੈਂ ਤੇ ਰੋਜ਼ ਚਾਹੁੰਦਾ ਸੀ। ਮੈਨੂੰ ਤੇ ਇਸੇ ਗੱਲ ਦਾ ਫਿਕਰ ਸੀ, ਜੇ ਗੁਰੂ ਸਾਹਿਬ ਇੱਥੋਂ ਚਲੇ ਗਏ ਤੇ ਫਿਰ ਮੇਰਾ ਕੀ ਬਣੇਗਾ। ਯਾਰੀ ਬੜੀ ਪੱਕੀ ਹੈ, ਪਿਆਰ ਬੜਾ ਹੈ, ਕਿਉਂਕਿ ਸਤਿਗੁਰ ਭਰਾਵਾਂ ਵਾਂਗ ਪਿਆਰ ਕਰਦੇ ਸੀ। ਪਰ ਭਾਈ ਬਾਲਾ ਜੀ ਦਾ ਪਿਆਰ ਭਰਾਵਾਂ ਵਾਲਾ ਨਹੀਂ, ਗੁਰੂ ਤੇ ਸਿੱਖਾਂ ਦਾ। ਜਦੋਂ ਕਹਿੰਦੇ ਮੈਂ ਸਤਿਗੁਰਾਂ ਦੇ ਕੋਲ ਆ ਕੇ ਖੜਿਆ, ਮਹਾਰਾਜ ਨੇ ਮੈਨੂੰ ਵੇਖਿਆ, ਮੁਸਕਰਾ ਕੇ ਖੁਸ਼ ਹੋ ਗਏ। ਤੇ ਮੈਨੂੰ ਵੀ ਖੁਸ਼ੀ ਸੀ ਵੀ ਅਸੀਂ ਵੀ ਸੁਲਤਾਨਪੁਰ ਲੋਧੀ ਜਾਵਾਂਗੇ, ਜਦੋਂ ਤੱਕ ਸਤਿਗੁਰ ਰਹਿਣਗੇ ਅਸੀਂ ਨਾਲ ਰਹਾਂਗੇ। ਭਰਿਓ ਫੇਰ ਅਖੰ, ਮੁਖਿੰਗ ਲੀਨ ਚੁਮਿੰ,
ਮੁਛਿਓ ਨੈਣ ਨੀਰੰ ਗਿਰੀ ਬੂੰਦ ਭੂਮਿ। ਰਾਏ ਬੁਲਾਰ ਜੀ ਸਰੀਰ ਕਰਕੇ ਬਜ਼ੁਰਗ ਅਵਸਥਾ ਵਿੱਚ ਸਿੰਘਾਸਣ ਤੋਂ ਉੱਠੇ। ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਏ ਨੇ, ਅੱਖਾਂ 'ਚ ਹੰਝੂ ਆ ਗਏ ਕਿਉਂਕਿ ਵਿਛੋੜਾ ਹੋਣ ਲੱਗਿਆ, ਵਿਛੜਨ ਲੱਗੇ। ਚੇਤਨ ਨਹੀਂ ਸੀ ਕਰਦਾ, ਨਾ ਚਾਹੁੰਦੇ ਆ ਇਹ ਜ਼ਹਿਰ ਪੀਣਾ ਪਿਆ ਸਬਰਾਂ ਦਾ, ਕਿਉਂਕਿ ਉਹ ਨਿੱਤ ਵੇਖਦੇ ਆ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜੋ ਹੋ ਰਿਹਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਅੱਖਾਂ ਭਰ ਆਈਆਂ, ਸਤਿਗੁਰਾਂ ਦੇ ਨੇੜੇ ਆਏ, ਗੁਰੂ ਨਾਨਕ ਸਾਹਿਬ ਜੀ ਦਾ ਮੱਥਾ ਚੁੰਮਿਆ, ਘੁੱਟ ਕੇ ਗਲ ਨਾਲ ਲਾਇਆ। ਕਹਿੰਦੇ ਜਿਸ ਵੇਲੇ ਰਾਏ ਬੁਲਾਰ ਰੋਏ ਤੇ ਰੋ ਗੁਰੂ ਨਾਨਕ ਸਾਹਿਬ ਵੀ ਪਏ। ਇਹ ਪ੍ਰੇਮ ਦਾ ਵੈਰਾਗ ਦਾ ਜਲ ਹੈ। ਦੋਨੇ ਤਰਫਾਂ ਤੋਂ ਅੱਖਾਂ ਭਰੀਆਂ, ਪਰ ਇਸ ਮੁਲਾਕਾਤ, ਇਸ ਗਲਵਕੜੀ ਨੂੰ ਵੇਖ ਕਹਿੰਦੇ ਪਿਤਾ ਨੂੰ ਕੋਈ ਫਰਕ ਨਹੀਂ ਪਿਆ। ਬਾਪੂ ਨੂੰ ਤੇ ਲੱਗਦਾ ਹੈ ਵੀ ਕੋਈ ਗੱਲ ਨਹੀਂ, ਜਿਹੜਾ ਰਾਏ ਬੁਲਾਰ ਇਹਨਾਂ ਦੀ ਬਹੁਤੀ ਸਪੋਰਟ ਕਰਦਾ ਹੈ, ਬਹੁਤਾ ਹੱਕ ਪੱਖ ਪੂਰਦਾ, ਲਾਂਭਾ ਇਹਦੇ ਕੋਲ ਵੀ ਆਇਆ। ਲੈ ਆਖੋ ਸਤਿਨਾਮ। ਬਿਰਤੀ ਉੱਥੇ ਖੜੀ ਹੈ ਨਾ ਜੀ, ਵੀ ਪੁੱਤ ਮੇਰਾ ਜੇ ਮੈਨੂੰ ਦੁਖੀ ਕਰ ਸਕਦਾ ਹੈ, ਰਾਏ ਬੁਲਾਰ ਕੀ ਚੀਜ਼ ਹੈ। ਤੇ ਜਿਨ੍ਹਾਂ ਦੇ ਘਰੇ ਚੱਲੇ ਹੈ ਕਦ ਤੱਕ ਬਰਦਾਸ਼ਤ ਕਰਨਗੇ। ਰਿਸ਼ਤੇਦਾਰੀ ਰਿਸ਼ਤੇਦਾਰੀ ਹੈ, ਰਿਸ਼ਤੇਦਾਰੀਆਂ ਦੇ ਵਿੱਚ ਮਨਮਰਜ਼ੀ ਥੋੜਾ ਕਰ ਸਕਦੇ, ਸਿਰਫ ਉਹੀ ਕਰਨਾ ਪੈਂਦਾ ਜੋ ਉਹਨਾਂ ਨੂੰ ਪਸੰਦ ਹੈ, ਜੋ ਉਹਨਾਂ ਨੂੰ ਚੰਗਾ ਲੱਗਦਾ ਹੈ। ਇਸ ਕਰਕੇ ਪਿਤਾ ਖੁਸ਼ ਨੇ, ਖੁਸ਼ ਇਸ ਵੱਲੋਂ ਵੀ ਨੇ ਵੀ ਜੇ ਘਰੋਂ ਨਿਕਲੂਗਾ ਮਾੜੀ ਮੋਟੀ ਕਮਾਉਣ ਦੀ ਅਕਲ ਕੋਈ ਸਮਝ ਆਊਗੀ। ਮੈਂ ਤੇ ਖੁਦ ਚਾਹੁੰਦਾ ਸੀ ਮੇਰੇ ਘਰ ਨਾ ਬੈਠੇ ਕੋਈ ਕੰਮ ਕਾਰ ਕਰੇ, ਘਰੋਂ ਨਿਕਲੇ। ਜਦ ਜਦ ਬੱਚੇ ਘਰ ਛੱਡ ਕੇ ਜਾਂਦੇ ਨੇ ਕੁਝ ਬਣ ਕੇ ਆਉਂਦੇ ਨੇ। ਘਰਾਂ ਵਿੱਚ ਸੌਣ ਵਾਲੇ, ਘਰਾਂ ਵਿੱਚ ਰਹਿਣ ਵਾਲੇ ਸੌਣ ਜੋਗੇ ਰਹਿ ਜਾਂਦੇ ਨੇ। ਕਿੰਨੀਆਂ ਮਰਜ਼ੀ ਡਿਗਰੀਆਂ ਕੀਤੀਆਂ ਹੋਣ, ਕੁਝ ਵੀ ਕੋਲੇ ਹੋਵੇ, ਕੱਖ ਪੱਲੇ ਨਹੀਂ ਹੁੰਦਾ। ਪਿਤਾ ਅੰਦਰੋਂ ਖੁਸ਼ ਸਨ, ਪਰ ਰਾਏ ਬੁਲਾਰ ਦੁਖੀ ਨੇ। ਉਹ ਪ੍ਰੇਮ ਕਰਨ ਵਾਲੇ ਨੇ, ਉਹਨਾਂ ਦੇ ਪ੍ਰੇਮ ਵਿੱਚ ਕੋਈ ਲਾਲਚ ਨਹੀਂ, ਕੋਈ ਵਾਸ਼ਨਾ ਨਹੀਂ। ਬੜੇ ਪ੍ਰੇਮ ਦੇ ਵਿੱਚ ਆ ਕੇ ਅੱਖਾਂ ਭਰੀਆਂ, ਆਖਣ ਲੱਗੇ ਨਾਨਕ ਜੀ ਆਪਣਾ ਖਿਆਲ ਰੱਖਿਓ। ਤੇ ਗੁਰੂ ਸਾਹਿਬ ਬੋਲੇ ਨਹੀਂ, ਸਿਰਫ ਸਿਰ ਹਿਲਾਇਆ। ਇਹ ਪ੍ਰੇਮ ਦੀਆਂ ਬਾਤਾਂ ਨੇ। ਖਿਆਲ ਤੇ ਉਹ ਸਾਰੀ ਸ੍ਰਿਸ਼ਟੀ ਦਾ ਰੱਖਦੇ, ਖਿਆਲ ਤੇ ਸਾਰੀ ਦੁਨੀਆ ਦਾ ਰੱਖਦੇ, ਤੇ ਡੁੱਬਿਆਂ ਨੂੰ ਤਾਰਨ ਵਾਲੇ ਨੇ। ਦੋਨੇ ਹੱਥ ਜੋੜ ਰਾਏ ਬੁਲਾਰ ਤੋਂ ਫਿਰ ਬੋਲਿਆ ਨਾ ਗਿਆ, ਗਲ ਭਰ ਗਿਆ, ਮਨ ਭਰਿਆ ਹੋਇਆ। ਬੋਲ ਉਹਨਾਂ ਦੇ ਜ਼ੁਬਾਨੋਂ ਕੰਬਦੇ ਨੇ। ਮਨੋ ਵਿਯੋਗ ਪੀਰੰ ਹਿਰਦੇ ਨਾ ਸਮਾਵੇ, ਰੱਖੋ ਦੁਆਰ ਅਮੋ ਬਾਹਰਿੰ ਸੋ ਆਵੇ। ਰਾਏ ਬੁਲਾਰ ਉਹਨਾਂ ਨੂੰ ਆਗਿਆ ਦੇ ਕੇ ਕਹਿਣ ਲੱਗੇ ਆਪਣਾ ਧਿਆਨ ਰੱਖਿਓ, ਕਿਰਪਾ ਸਾਡੇ ਤੇ ਵੀ ਰੱਖਿਓ, ਆਉਂਦੇ ਜਾਂਦੇ ਰਹੋ, ਚੇਤੇ ਕਰਦੇ ਰਹੋ। ਵੇਖਿਓ ਪਾਤਸ਼ਾਹ ਵਿਸਾਰ ਨਾ ਦਿਓ, ਆਖੋ ਸਤਿਨਾਮ। ਇੰਨੇ ਬਚਨ ਕਹਿਣ ਤੋਂ ਬਾਅਦ ਰਾਏ ਬੁਲਾਰ ਸਭਾ 'ਚ ਖੜੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੇ ਚਰਨੀ ਮੱਥਾ ਟੇਕਿਆ। ਰਾਏ ਬੁਲਾਰ ਜੀ ਦੇ ਪਿਤਾ ਖੜੇ ਸੀ ਕੋਲੇ, ਗੁਰਦੇਵਾਂ 'ਚ ਤੇ ਫਰਕ ਕੋਈ ਨਹੀਂ। ਸਤਿਗੁਰਾਂ ਨੇ ਲੰਮੇ ਪੈ ਕੇ ਆਪਣੇ ਪਿਤਾ ਕਲਿਆਣ ਚੰਦ ਜੀ ਦੇ ਪੈਰਾਂ ਤੇ ਮੱਥਾ ਟੇਕਿਆ। ਧੜਕਿਆ ਦਿਲ ਪਿਤਾ ਦਾ ਵੀ, ਰੋਕੀ ਨਹੀਂ ਵਿਖਾਇਆ। ਅੰਦਰ ਤੇ ਦੁੱਖ ਵੀ ਹੈ, ਪੁੱਤ ਘਰ ਛੱਡ ਕੇ ਚੱਲਿਆ, ਪਰ ਇੱਕ ਖੁਸ਼ੀ ਵੀ ਹੈ। ਜੇ ਘਰ ਛੱਡ ਕੇ ਜਾਏਗਾ ਪਤਾ ਹੀ ਤਾਂ ਲੱਗਣਾ ਹੈ। ਗੁਰੂ ਸਾਹਿਬ ਕਹਿੰਦੇ ਚੱਲ ਬਾਲਿਆ ਚੱਲੀਏ। ਭਰੀ ਕਚਹਿਰੀ ਵਿੱਚੋਂ ਸਤਿਗੁਰ ਬਾਹਰ ਆਏ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਅੱਗੇ ਅੱਗੇ, ਮੈਂ ਪਿੱਛੇ ਪਿੱਛੇ। ਕੱਦ ਵਿੱਚ ਸਤਿਗੁਰ ਛੋਟੇ ਆ, ਸੁਭਾਅ ਬੜਾ ਨਿੱਘਾ ਤੇ ਪਿਆਰਾ ਹੈ। ਜਿਹੜੀ ਗੱਲ ਕਹਿੰਦੇ ਨੇ ਸ਼ਰੇਆਮ ਕਹਿ ਦਿੰਦੇ ਆ। ਮੱਥਾ ਟੇਕ ਸਾਰੀ ਸਭਾ ਨੂੰ ਫਤਿਹ ਬੁਲਾ, ਹੱਥ ਜੋੜ। ਦਰਬਾਰ ਵਿੱਚੋਂ ਬਾਹਰ ਆਏ। ਕਹਿੰਦੇ ਰਾਏ ਬੁਲਾਰ ਅੱਖਾਂ ਚੋਂ ਟਿਪ ਟਿਪ ਹੰਝੂ ਜਾਂਦੇ ਨੇ। ਸਭਾ ਵਿੱਚ ਨਹੀਂ ਬੈਠੇ, ਘਰ ਜਾ ਕੇ ਭੁੱਬੀ ਹੋਏ, ਭੁੱਬਾ ਮਾਰ ਮਾਰ ਹੋਏ। ਕਿਉਂਕਿ ਜਦ ਸੱਜਣ ਪਿਆਰਾ ਇੱਥੇ ਸੀ, ਰੋਜ਼ ਦਰਸ਼ਨ ਹੁੰਦੇ ਸੀ, ਦੀਦਾਰ ਹੁੰਦੇ ਸੀ। ਜੇ ਅੱਜ ਦੂਰ ਚੱਲੇ ਨੇ, ਇੱਕ ਗੱਲ ਦੀ ਖੁਸ਼ੀ ਸੀ, ਪਿਤਾ ਦੀ ਕਲੇਸ਼ ਤੋਂ ਬਚਣਗੇ, ਕੋਈ ਦੁੱਖ ਤੇ ਨਹੀਂ ਮਿਲੇਗਾ। ਇੱਥੇ ਰਹਿ ਕੇ ਤੇ ਰੋਜ਼ ਦੀ ਲੜਾਈ ਸੀ, ਰੋਜ਼ ਮੰਦੇ ਚੰਗੇ ਬੋਲ ਬੋਲਦੇ ਸੀ, ਸਾਡਾ ਵੀ ਮਨ ਦੁਖਦਾ ਸੀ। ਕਹਿੰਦੇ ਪਿਤਾ ਵੀ ਆਰਾਮ ਦੇ ਨਾਲ ਘਰ ਨੂੰ ਆ ਗਏ। ਗੁਰੂ ਨਾਨਕ ਸਾਹਿਬ ਉਸ ਸਭਾ ਚੋਂ ਨਿਕਲੇ, ਰਸਤੇ 'ਚ ਕਿਸੇ ਨਾਲ ਨਹੀਂ ਬੋਲੇ, ਕਿਸੇ ਨੂੰ ਨਹੀਂ ਮਿਲੇ, ਚੁੱਪਚਾਪ ਦੱਬੇ ਪੈਰ ਆਪਣੇ ਘਰ ਨੂੰ ਆਏ ਨੇ। ਦਿਲਾਸੋ ਦਿਓ ਹੈ ਧਰਿਓ ਹਾਥ ਸੀਸੰ,
ਵਿਦਾ ਕੀਨ ਪ੍ਰੀਤੰਗ ਬਾਹੂਤੀ ਸਤੀ ਸੰਗ। ਰਾਏ ਬਲਾਰ ਜੀ ਨੇ ਸਤਿਗੁਰਾਂ ਨੂੰ ਵਿਦਾਇਗੀ ਦਿੱਤੀ ਹੈ, ਮੁੜ ਕੇ ਆਪਣੇ ਘਰ ਆਏ, ਬੜਾ ਮਨ ਭਰਿਆ ਹੈ। ਬੇਗਮ ਖੋਖਰ ਵੀ ਉਹਨਾਂ ਨੂੰ ਦਿਲਾਸੇ ਦੇ ਰਹੀ ਹੈ, ਮਨ ਉਹਨਾਂ ਦਾ ਵੀ ਭਰਿਆ। ਇੱਕ ਬਹੁਤ ਵੱਡੀ ਘਟਨਾ ਹੈ ਰਾਏ ਭੋਏ ਤਲਵੰਡੀ ਦੀ। ਜਿਸ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਹੋਇਆ ਤੋਂ ਖੁਸ਼ੀਆਂ ਦੀਆਂ ਮਹਿਫਲਾਂ ਲੱਗਦੀਆਂ ਸੀ। ਕਦੇ ਸੁਣਿਆ ਆਪ ਜੀ ਨੇ ਪਿੱਛੇ ਮਾਹੌਲ, ਅੱਜ ਉਹ ਆਪਣਾ ਘਰ, ਆਪਣਾ ਪਿੰਡ, ਆਪਣਾ ਨਗਰ, ਆਪਣੇ ਮਾਪਿਆਂ ਨੂੰ ਛੱਡ ਚੱਲੇ ਨੇ। ਆਖੋ ਸਤਿਨਾਮ। ਜਾ ਰਹੇ ਆ ਭਾਈ ਬਾਲਾ ਜੀ ਕਹਿੰਦੇ ਮੈਂ ਵੀ ਉੱਥੋਂ ਸਤਿਗੁਰਾਂ ਤੋਂ ਆਗਿਆ ਲੈ ਕੇ ਘਰ ਗਿਆ, ਆਪਣੇ ਕੱਪੜੇ ਬਸਤਰ ਜੋ ਕੁਝ ਸੀ ਪੰਡ ਬੰਨੀ ਲੈ ਕੇ ਘਰੇ ਪਹੁੰਚ ਗਿਆ। ਸਤਿਗੁਰ ਕਹਿੰਦੇ ਆਪਾਂ ਹੁਣੇ ਜਾਂਦੇ ਹਾਂ। ਖਤ ਗੁਰੂ ਸਾਹਿਬ ਨੇ ਆਪਣੇ ਕੋਲੇ ਰੱਖਿਆ, ਜੇਬ ਦੇ ਵਿੱਚ ਪਾਇਆ ਹੋਇਆ ਹੈ। ਘਰੇ ਆਏ ਨੇ, ਦਹਲੀਜ਼ ਵਿੱਚ ਪ੍ਰਵੇਸ਼ ਹੋਏ ਨੇ। ਮਾਂ ਵਿਚਾਰੀ ਕਿੱਥੇ ਜਾਣਦੀ, ਮੇਰੇ ਪੁੱਤ ਨੇ ਚਲੇ ਜਾਣਾ ਹੈ। ਉਸ ਭੋਲੀ ਮਾਂ ਨੂੰ ਕੀ ਪਤਾ ਸੀ ਵੀ ਪੁੱਤ ਮੇਰਾ ਅੱਜ ਕਚਹਿਰੀ ਵਿੱਚ ਗਿਆ ਤੇ ਮੁੜ ਘਰ ਛੱਡ ਜਾਏਗਾ। ਮਾਂ ਲਈ ਤੇ ਬੜਾ ਵੱਡਾ ਸਦਮਾ ਹੋਏਗਾ, ਬਹੁਤ ਵੱਡਾ ਦੁੱਖ ਹੋਏਗਾ। ਭਾਈ ਬਾਲਾ ਜੀ ਉਸ ਵੇਲੇ ਦੀ ਫਿਜ਼ੀਕਲ ਪੋਜੀਸ਼ਨ ਦੱਸ ਰਹੇ ਆ ਵੀ ਜਿਸ ਵੇਲੇ ਸਤਿਗੁਰ ਘਰੇ ਆਏ, ਪਿਤਾ ਚੁੱਪਚਾਪ ਨੇ। ਅੱਜ ਕੋਈ ਕਲੇਸ਼ ਨਹੀਂ, ਕੋਈ ਲੜਾਈ ਨਹੀਂ, ਕੋਈ ਰੌਲਾ ਨਹੀਂ। ਬਸ ਲੋਕੀ ਕਹਿੰਦੇ ਹੁਣ ਇਹਦੇ ਕਾਲਜੇ ਠੰਡ ਪੈ ਚੁੱਕੀ, ਇਹਦੀ ਵਜ੍ਹਾ ਕਰਕੇ, ਇਹਦੇ ਲਾਲਚਾਂ ਨੇ ਪੁੱਤ ਨੂੰ ਘਰੋਂ ਕੱਢਣਾ ਏ। ਗਏ ਧਾਮ ਮਾਤਾ ਮਿਲੀ ਅਸੂ ਡਰੇ ਵਿਧਾਤਾ ਗਟੰਗ ਨਾ ਲਖੀ ਜਾਏ ਨਿਆਰੀ। ਮਾਤਾ ਦੇ ਵਿਹੜੇ ਵਿੱਚ ਬੈਠੇ ਨੇ, ਸਤਿਗੁਰਾਂ ਨੇ ਆ ਕੇ ਕੱਪੜੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਜਦ ਮਾਂ ਨੇ ਵੇਖਿਆ, ਪੁੱਛਿਆ ਪੁੱਤ ਕਿੱਥੇ ਚੱਲੇ ਹੋ? ਗੁਰੂ ਸਾਹਿਬ ਨਹੀਂ ਬੋਲੇ। ਤੁਲਸਾ ਦਾਸੀ ਨੇ ਦੱਸ ਦਿੱਤਾ, ਅੱਜ ਸਭਾ ਚ ਖੁਸ਼ ਹੋਏ ਹੈ। ਮਾਂ ਤੇਰਾ ਪੁੱਤ ਵੱਡੀ ਭੈਣ ਦੇ ਘਰ ਚੱਲਿਆ, ਘਰ ਛੱਡ ਕੇ। ਮਾਂ ਦੀਆਂ ਧਾਹਾਂ ਨਿਕਲ ਗਈਆਂ, ਪੈਰਾਂ 'ਚ ਜ਼ਮੀਨ ਨਿਕਲ ਗਈ। ਭੱਜ ਕੇ ਮਾਂ ਪੁੱਤ ਦੇ ਕੋਲੇ ਆਈ, ਘੁੱਟ ਕੇ ਗਲ ਨਾਲ ਲਿਪਟ ਗਈ। ਪੁੱਤ ਕੀ ਗਲਤੀ ਹੋ ਗਈ ਸਾਨੂੰ? ਮਾਂ ਤ੍ਰਿਪਤਾ ਭਾਗਾਂ ਵਾਲੀ ਜੀ ਨੇ ਉਸ ਰੱਬ ਪਰਮਾਤਮਾ ਨੂੰ ਜਨਮ ਦਿੱਤਾ ਹੈ, ਅੱਜ ਰੋਈ, ਅੱਖਾਂ ਭਰੀਆਂ ਨੇ। ਪੁੱਤ ਤੈਨੂੰ ਵੇਖ ਵੇਖ ਜਿਉਂਦੀ ਸੀ, ਅੱਜ ਤੂੰ ਵੀ ਛੱਡ ਚੱਲੇ। ਆਖੋ ਸਤਿਨਾਮ। ਕੀ ਗਲਤੀ ਹੋ ਗਈ ਸਾਡੇ? ਫਿਰ ਉਹ ਆਪਣੇ ਪਤੀ ਨੂੰ ਬੋਲੇ, ਪੈ ਗਈ ਠੰਡ ਤੁਹਾਨੂੰ। ਇਹੀ ਚਾਹੁੰਦੇ ਸੀ, ਇੱਕ ਪੁੱਤ ਨਹੀਂ ਤੁਸੀਂ ਪਾਲ ਸਕੇ। ਲੋਕਾਂ ਦੇ 4-4 ਪੁੱਤ ਨੇ। ਜੇ ਨਹੀਂ ਸੀ ਕੰਮ ਕਰਦਾ, ਤੁਸੀਂ ਕਿਹੜਾ ਕੰਮ ਨਹੀਂ ਸੀ ਕਰਦੇ? ਇਹ ਮਾਂ ਦਾ ਗੁੱਸਾ ਸੀ, ਮਾਂ ਦਾ ਪ੍ਰੇਮ ਸੀ, ਕਿਉਂਕਿ ਮਾਂ ਵੀ ਆਪਣੇ ਪੁੱਤ ਨੂੰ ਰੱਬੀ ਰੂਹ ਜਾਣਦੀ ਸੀ। ਗੁਰੂ ਨਾਨਕ ਸਾਹਿਬ ਦੇ ਮਾਤਾ ਲਿਪਟ ਕੇ ਰੋਏ, ਪੁੱਤ ਮੈਂ ਤੈਨੂੰ ਜਾਣ ਨਹੀਂ ਦੇਣਾ। ਸਤਿਗੁਰ ਇੱਕੋ ਹੀ ਸ਼ਬਦ ਬੋਲੇ, ਮਾਂ ਰੁਕਿਓ ਨਾ, ਰਾਏ ਬਲਾਰ ਜੀ ਦਾ ਹੁਕਮ ਹੈ। ਤੇ ਮਾਂ ਨੇ ਆਖਿਆ, ਵੇ ਰੱਬਾ ਪੁੱਤ ਵੀ ਦਿੱਤਾ, ਪਾਲਿਆ ਵੀ, ਸੰਭਾਲਿਆ ਵੀ, ਅੱਜ ਘਰ ਨੂੰ ਛੱਡ ਕੇ ਚੱਲਿਆ ਏ। ਇਕੰਗ ਤਾਤ ਮੇਰੋ ਵਿਯੋਗਿੰ ਸੋ ਕੀਨੋ ਨਾ ਦੇਵਿੰ ਸਹਾਰਿਓ ਨਾ ਦੇਖਨ ਦੀਨੋ। ਮਾਂ ਨੇ ਉਸ ਵੇਲੇ ਰੱਬ ਨੂੰ ਉਲਾਂਭੇ ਦਿੱਤੇ, ਰੱਬਾ ਇੱਕ ਪੁੱਤ ਦਿੱਤਾ ਤੇ ਉਹ ਵੀ ਅੱਜ ਵਿਛੋੜਨ ਲੱਗੇ ਆ, ਕਿਵੇਂ ਜੀਵਾਂਗੇ? ਸਹਾਰਾ ਹੀ ਮੇਰਾ ਹੀ ਸੀ। ਲਾਇਕ ਪੁੱਤ ਮਾਂ ਦੀ ਅੱਖ ਦੇ ਤਾਰੇ ਹੁੰਦੇ ਆ, ਜਿਹੜੇ ਪੁੱਤ ਆਗਿਆਕਾਰੀ ਆ, ਭਗਤੀ ਵਾਲੇ, ਬੰਦਗੀ ਵਾਲੇ। ਸੱਚੀ ਮਾਵਾਂ ਉਹਨਾਂ ਪੁੱਤਾਂ ਨੂੰ ਰੱਬ ਜਾਣਦੀਆਂ ਹੁੰਦੀਆਂ ਨੇ। ਮਾਂ ਨੇ ਰੋ ਰੋ ਕੇ ਖੂਬ ਉਲਾਂਭੇ ਦਿੱਤੇ, ਉੱਚੀ ਰੋ ਰੋ ਕੇ, ਰੱਬਾ ਮੇਰਿਆ ਮੈਂ ਕੀ ਕਸੂਰ ਕੀਤਾ ਸੀ, ਮੈਂ ਕੀ ਚੁੱਕਿਆ ਸੀ, ਗਵਾਇਆ ਸੀ ਤੇਰਾ। ਅੱਜ ਮੇਰਾ ਪੁੱਤ ਮੈਨੂੰ ਛੱਡ ਚੱਲਿਆ। ਪਿਤਾ ਨਹੀਂ ਬੋਲੇ, ਅਸਰ ਨਹੀਂ ਕੋਈ, ਚੁੱਪ ਚਪੀਤੇ ਵਿਹੜੇ ਵਿੱਚ ਵਿਚਰਦੇ ਗਿਆ। ਸਤਿਗੁਰਾਂ ਦੇ ਚਾਚਾ ਜੀ ਕੋਲ ਆਏ, ਕਹਿੰਦੇ ਪੁੱਤ ਕਿਤੇ ਨਹੀਂ ਜਾਣਾ, ਤੂੰ ਨਹੀਂ ਜਾਏਗਾ। ਗੁਰੂ ਸਾਹਿਬ ਨੇ ਸਮਾਨ ਮੰਨ ਲਿਆ, ਖਤ ਵਿਖਾਤਾ ਵੀ ਜਾਣਾ ਪੈਣਾ। ਪਰ ਪਿਤਾ ਜੀ ਉਸ ਵੇਲੇ ਆਖਦੇ, ਕਹਿੰਦੇ ਜਾਣ ਦਿਓ, ਜਾਣ ਦਿਓ, ਜਾਣ ਦਿਓ। ਬਾਪੂ ਚਾਹੁੰਦਾ ਹੈ ਘਰੋਂ ਨਿਕਲੂਗਾ, ਕੁਛ ਕੰਮ ਕਰੂਗਾ, ਮਾੜਾ ਮੋਟਾ ਲਾਲਚ ਆਊਗਾ, ਕਮਾਊਗਾ, ਦੁਨੀਆਦਾਰੀ ਸਮਝੂਗਾ। ਪਿਤਾ ਦਾ ਕਿੱਡਾ ਜਿਗਰਾ ਹੋਣਾ ਸੀ। ਮਾਤਾ ਰੋ ਰੋ ਕੇ ਆਖਦੀ, ਪੁੱਤ ਨਾ ਜਾ ਛੱਡ ਕੇ।
ਗੁਰੂ ਸਾਹਿਬ ਨਹੀਂ ਬੋਲੇ ਜੀ। ਐਨੇ ਨੂੰ ਭਾਈ ਬਾਲਾ ਜੀ ਵਿਹੜੇ ਵਿੱਚ ਆਣ ਪ੍ਰਵੇਸ਼ ਹੋਏ ਨੇ। ਪਰੇ ਅੰਕ ਮੈਂ ਸੀਤ ਸੁਆਸ ਨਿਕਾਰੇ, ਬੜੀ ਪੀਰ ਮਾਨੋ ਹੋਵੇ ਪ੍ਰਾਣ ਨਿਆਰੇ। ਮਾਂ ਇੰਨਾ ਤੜਫੀ ਹੋ ਕੇ ਭਰ ਰੋਂਦੀ ਹੈ, ਉੱਚੀ ਉੱਚੀ ਰੋਵੇ। ਭਾਈ ਬਾਲਾ ਜੀ ਕਹਿੰਦੇ ਜਦੋਂ ਮੈਂ ਵਿਹੜੇ ਆਇਆ ਨਾ, ਮਾਂ ਹੋਰ ਭਾਵੁਕ ਹੋ ਗਈ। ਬੇ ਪੁੱਤ ਬਾਲਿਆ, ਕਿੱਥੇ ਲੈ ਕੇ ਚੱਲਿਆ ਮੇਰੇ ਪੁੱਤ? ਕਹਿੰਦੇ ਗੁਰੂ ਸਾਹਿਬ ਤੇ ਨਹੀਂ ਸੀ ਬੋਲਦੇ। ਮੈਂ ਕਿਹਾ ਮਾਂ ਜੈ ਰਾਮ ਜੀ ਦੇ ਘਰ ਚੱਲੇ ਆ। ਮਾਂ ਕਹਿੰਦੀ ਇੱਥੇ ਰੋਟੀ ਨਹੀਂ ਮਿਲਦੀ, ਕੀ ਕਮੀ ਇਸ ਘਰ ਦੇ ਵਿੱਚ? ਪੁੱਤ ਮੇਰਾ ਤੇ ਲੋਕਾਂ ਨੂੰ ਰਜਾਉਂਦਾ, ਲੋਕਾਂ ਨੂੰ ਖਵਾਉਂਦਾ। ਖੌਰੇ ਪਤਾ ਨਹੀਂ ਇਹਦੇ ਪਿਤਾ ਦੇ ਦਿਮਾਗ ਵਿੱਚ ਕੀ ਆ ਗਿਆ, ਕੀ ਕਰਨੀਆਂ ਨੇ ਦੌਲਤਾਂ, ਕੀ ਕਰਨੀਆਂ ਨੇ ਸ਼ੌਹਰਤਾਂ। ਰੱਬ ਨੇ ਧੀ ਪੁੱਤ ਦਿੱਤੇ ਤੇ ਉਹ ਵੀ ਘਰੋਂ ਕੱਢ ਦਿੱਤੇ। ਅੱਗੇ ਧੀ ਘਰੋਂ ਚਲੀ ਗਈ, ਵਿਆਹੀ ਗਈ। ਇੱਕ ਪੁੱਤ ਸੀ ਅੱਖਾਂ ਦਾ ਤਾਰਾ, ਜਿਹੜਾ ਸਾਡੇ ਬੁਢਾਪੇ ਦਾ ਆਸਰਾ ਸੀ, ਜੀ ਵੇਖ ਵੇਖ ਜਿਉਂਦੇ ਸੀ। ਭਾਈ ਬਾਲਾ ਜੀ ਕਹਿੰਦੇ ਮਾਂ ਨੇ ਮੈਨੂੰ ਝੰਜੋੜਿਆ ਫੜ ਕੇ, ਬਾਲਿਆ ਨਾ ਲੈ ਕੇ ਮੇਰੇ ਕੋਲ। ਕਹਿੰਦੇ ਉਹ ਦ੍ਰਿਸ਼ ਵੇਖ ਮੇਰੀਆਂ ਅੱਖਾਂ ਭਰ ਆਈਆਂ, ਮੈਂ ਵੀ ਰੋਇਆ। ਕਿਤੇ ਨਾ ਕਿਤੇ ਪਿਤਾ ਵੀ ਜੀ ਆਖੋ ਸਤਨਾਮ ਹੰਝੂ ਛੁੱਟੀ ਬੈਠਾ ਸੀ। ਧੱਕਾ ਵੀ ਉਹਨੂੰ ਵੀ ਲੱਗਾ ਵੀ ਮੈਂ ਕਰ ਕੀ ਬੈਠਾ, ਮੇਰੇ ਲਾਲਚ ਨੇ ਅੱਜ ਮੈਨੂੰ ਕਿੱਥੇ ਲਿਆ ਕੇ ਖੜਾ ਕਰ ਦਿੱਤਾ। ਹੁਣ ਰਾਏ ਬੁਲਾਰ ਦਾ ਹੁਕਮ ਹੈ, ਮੋੜਿਆ ਹੀ ਨਹੀਂ ਜਾ ਸਕਦਾ, ਰੋਕਿਆ ਹੀ ਨਹੀਂ ਜਾ ਸਕਦਾ। ਕਚਹਿਰੀ ਵਿੱਚ ਹੁਕਮ ਪਾਸ ਹੋਇਆ। ਚਲੋ ਪਿਤਾ ਚੁੱਪ ਚਪੀਤੇ ਖੜੇ ਰਹੇ, ਸੋਚਦੇ ਚੱਲ ਰਿਸ਼ਤੇਦਾਰੀ ਚ ਚੱਲਿਆ, ਕਿਹੜਾ ਦੂਰ ਚੱਲਿਆ। ਅੱਗੇ ਲੋਕ ਨਾ ਆਪਣੇ ਪਰਿਵਾਰ ਤੋਂ ਕਦੇ ਨਹੀਂ ਸੀ ਵਿਛੜਦੇ, ਕਦੇ ਦੂਰ ਨਹੀਂ ਸੀ ਰਹਿੰਦੇ। ਉਹ ਸੋਚਦੇ ਸੀ ਜ਼ਿੰਦਗੀ ਕੀ ਹੈ 60-70 ਸਾਲਾਂ ਦੀ, ਜੇ ਇਹਦੇ ਵਿੱਚ ਵੀ ਇਕੱਠੇ ਹੋ ਕੇ ਤੇ ਇਕੱਠੇ ਨਾ ਹੋ ਸਕੇ, ਰਹਿ ਨਾ ਸਕੇ ਇਕੱਠੇ, ਤੇ ਕੀ ਕਰਨਾ ਇਹੋ ਜਿਹੀ ਜ਼ਿੰਦਗੀ ਨੂੰ, ਤੇ ਕੀ ਕਰਨਾ ਮਾਇਆ ਨੂੰ। ਮਾਇਆ ਤੇ ਸਾਡੇ ਮਰਿਆਂ ਤੋਂ ਬਾਅਦ ਵੀ ਇੱਥੇ ਰਹਿਣੀ ਹੈ, ਪਦਾਰਥ ਤੇ ਸਾਡੇ ਜਾਣ ਤੋਂ ਬਾਅਦ ਵੀ ਇੱਥੇ ਰਹਿਣਗੇ। ਪਰਮਾਤਮਾ ਨੇ ਜ਼ਿੰਦਗੀ ਦਿੱਤੀ ਸੀ, ਪਰਿਵਾਰ ਦਾ ਗੁਲਦਸਤਾ ਦਿੱਤਾ ਸੀ, ਉਹ ਵੀ ਵਿਖਰ ਚੱਲਿਆ। ਮਾਂ ਚੇਤੇ ਕਰ ਕਰਕੇ ਰੋਵੇ, ਭੁੱਬੇ ਰੋਵੇ। ਗੁਰੂ ਸਾਹਿਬ ਨੂੰ ਗਲ ਲਾਇਆ। ਕਹਿੰਦੇ ਸਤਿਗੁਰਾਂ ਦੇ ਨੇਤਰਾਂ 'ਚ ਅਥਰੂ ਆ ਗਏ। ਪ੍ਰੇਮ ਦੇ ਹੰਝੂ ਸੀ, ਵਿਰਾਗ ਸੀ, ਲੋਕਾਂ ਵਾਂਗੂ ਰੋਣਾ ਨਹੀਂ। ਮਾਂ ਨੇ ਆਪਣੇ ਪੁੱਤ ਦੇ ਹੰਝੂ ਸਾਫ਼ ਕੀਤੇ। ਆਖੇ ਪੁੱਤ ਬਹੁਤੇ ਦਿਨ ਨਹੀਂ ਰਹਿਣਾ, ਤੂੰ ਛੇਤੀ ਆ ਜਾਵੀਂ। ਕਹੋ ਠਾਟ ਤੇਰੇ ਬਿਨਾ ਕੈਸ ਜੀਵੋ, ਸਹੋ ਨ ਜਾਹੀ ਵਿਖੇ ਘੋਰ ਪੀਵੋ। ਗੁਰੂ ਨਾਨਕ ਸਾਹਿਬ ਜੀ ਨੇ ਕੱਪੜਿਆਂ ਵਾਲੀ ਪੰਡ ਚੁੱਕ ਲਈ। ਮਾਂ ਕੋਲੇ ਆ ਕੇ ਆਖਣ ਲੱਗੇ ਪੁੱਤ ਜਾਂਦਾ ਜਾਂਦਾ ਇੱਥੇ ਦੱਸਦਾ ਮੈਂ ਜੀਵਾਂ ਕਿਵੇਂ। ਆਖੋ ਸਤਨਾਮ ਤੇਰੇ ਵਾਂਝੋਂ ਮੇਰਾ ਸਮਾਂ ਕਿਵੇਂ ਬਤੀਤ ਹੋਏਗਾ, ਕਿਹਦੇ ਆਸਰੇ ਬੈਠੋ। ਤੈਨੂੰ ਬੁਲਾ ਲੈਂਦੀ ਸੀ, ਕੁਝ ਸ਼ਿਕਾਇਤਾਂ, ਕਦੇ ਤੈਨੂੰ ਕੁਝ ਕਹਿਤਾ, ਕਦੇ ਤੈਨੂੰ ਕੁਝ ਕਹਿਤਾ। ਸਾਧੂ ਮਹਾਤਮਾ ਲਈ ਪ੍ਰਸ਼ਾਦੇ ਬਣਾਉਂਦੀ ਸੀ। ਪੁੱਤ ਘਰ ਛੱਡ ਜਾਏਗਾ ਸੁੰਨਾ ਹੋ ਜਾਊਗਾ, ਕੌਣ ਆਊਗਾ ਇੱਥੇ? ਕਿਸੇ ਨੇ ਨਹੀਂ ਆਉਣਾ। ਜਿਹੜਾ ਸੁਭਾਅ ਤੇਰੇ ਪਿਤਾ ਦਾ ਨਾ, ਇੱਥੇ ਤੇ ਆਪਣਿਆਂ ਵੀ ਆਣ ਦੀ ਵੜਨਾ। ਆਖੋ ਸਤਨਾਮ ਦੂਜਾ ਪਾਉਣਾ ਹੈ। ਇਹ ਜਿੰਨੀਆਂ ਰੌਣਕਾਂ ਸੀ ਸਭ ਤੇਰੇ ਕਰਕੇ ਸੀ। ਪੁੱਤ ਨਾ ਜਾ ਛੱਡ ਕੇ। ਮਾਂ ਨੇ ਬਾਰ-ਬਾਰ ਬੇਨਤੀਆਂ ਕੀਤੀਆਂ। ਕਹਿੰਦੇ ਉਹ ਪਰਮੇਸ਼ਰ ਪਿਆਰਾ ਜਿਹਨੂੰ ਕਿਸੇ ਪਰਿਵਾਰ ਦਾ ਕੋਈ ਮੋਹ ਨਹੀਂ, ਕੋਈ ਖੌਫ ਨਹੀਂ, ਚੁੱਪਚਾਪ ਰਹੇ। ਪੰਡ ਚੁੱਕੀ। ਭਾਈ ਬਾਲਾ ਜੀ ਕਹਿੰਦੇ ਮੈਂ ਉਹ ਕੱਪੜਿਆਂ ਦੀ ਪੰਡ ਫੜੀ ਹੈ ਜਿਹ 'ਚ ਕੱਪੜੇ ਵਸਤਰ ਪਾਏ ਹੋਏ ਆ। ਸਤਿਗੁਰ ਕਹਿੰਦੇ ਚੱਲ ਬਾਲਿਆ ਚੱਲੀਏ। ਪਿਤਾ ਅੱਖਾਂ ਭਰ ਵੇਖਦਾ ਕੀ ਹੋ ਗਿਆ। ਹੱਸਦਾ ਵਸਦਾ ਪਰਿਵਾਰ ਕੁਛ ਗੱਲਾਂ ਕਰਕੇ ਖੇਰੂ ਖੇਰੂ ਹੋਣ ਲਗਾਏ। ਕਿਆ ਮੈਂ ਨਿਹਾਰੋ ਸੋ ਪਛੈ ਇਕਾਕੀ, ਹੁਤੋ ਸੁਨਾ ਈਕੋ ਸਮੀਪੰਗ ਨਾਤਾ ਕੀ। ਪਰ ਮਾਂ ਨੂੰ ਨਹੀਂ ਹਟਦੀ। ਮਾਂ ਤ੍ਰਿਪਤਾ ਬਾਰ-ਬਾਰ ਉੱਚੀ ਬੋਲ ਕੇ ਆਖਦੀ ਪੁੱਤ ਕਿਹਦੇ ਸਹਾਰੇ ਛੱਡ ਕੇ ਚੱਲੇ, ਕਿਹਨੂੰ ਮਿਲਿਆ ਕਰੂੰਗੀ, ਕਿਹਦੇ ਨਾਲ ਬੋਲਿਆ ਕਰੂੰਗੀ। ਕੰਧਾਂ ਵਿੱਚ ਟੱਕਰਾਂ ਮਾਰਾਂਗੀ। ਅੱਗੇ ਤੇ ਧੀ ਧਿਆਣੀ ਘਰ ਵਿੱਚ ਸੀ। ਤੂੰ ਪੁੱਤ ਨਹੀਂ ਵੀ ਸੀ ਬੋਲਦਾ, ਹੌਸਲਾ ਰਹਿੰਦਾ ਸੀ, ਕਿਉਂਕਿ ਸਤਿਗੁਰਾਂ ਦੇ ਭੈਣ ਨਾਨਕੀ ਜੀ ਬਹੁਤ ਸਿਆਣੀ ਸੀ। ਧੀਆਂ ਤੇ ਵਿਹੜੇ ਦੀਆਂ ਰੌਣਕਾਂ ਹੁੰਦੀਆਂ ਨੇ, ਜਿੱਦਣ ਚਲੀਆਂ ਜਾਂਦੀਆਂ ਨੇ ਬਸ ਫਿਰ ਘਰ ਖੰਡਰਾਤ ਬਣ ਜਾਂਦੇ ਆ, ਖਾਲੀ ਰਹਿ ਜਾਂਦੇ ਆ। ਉਹਨਾਂ ਘਰਾਂ 'ਚ ਕੁਛ ਨਹੀਂ ਹੁੰਦਾ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਭੈਣ ਜੀ ਦੇ ਵਿਆਹ ਤੋਂ 2-3 ਮਹੀਨੇ ਬਾਅਦ ਹੀ ਜਾ ਰਹੇ ਆ।
ਫਿਰ ਰਾਏ ਬਲਾਰ ਜੀ ਨੇ ਬੜਾ ਚੰਗਾ ਫੈਸਲਾ ਲਿਆ ਸੀ, ਇੱਕ ਨੂੰ ਤਾਂ ਰੋਣਾ ਪੈਣਾ ਹੈ, ਇੱਕ ਨੂੰ ਤੇ ਦੁਖੀ ਹੋਣਾ ਪੈਣਾ ਹੈ। ਜਾਂ ਤੇ ਗੁਰੂ ਸਾਹਿਬ ਪਰਿਵਾਰ ਵਿੱਚ ਪਿਸਦੇ ਰਹਿੰਦੇ, ਤੇ ਜੇ ਹੁਣ ਛੱਡ ਕੇ ਚੱਲੇ ਆ, ਉਹਨਾਂ ਦੇ ਸੁੱਖਾਂ ਵਾਸਤੇ ਉਹਨਾਂ ਭੇਜਿਆ ਉਹਨਾਂ ਨੂੰ, ਤੇ ਫਿਰ ਕਿਸੇ ਨੂੰ ਤੇ ਦੁੱਖ ਲੱਗਣਾ ਹੀ ਲੱਗਣਾ ਹੈ, ਇੱਕ ਵਾਰ ਤੇ ਲੱਗੇਗਾ। ਰਾਏ ਬਲਾਰ ਸਾਹਿਬ ਦੇ ਸੇਵਕ ਆਏ ਘਰੇ, ਕੁਛ ਮਾਇਆ ਦੇਣ ਲੱਗੇ ਆ, ਤੇ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ। ਪਿਤਾ ਕਹਿੰਦੇ ਪੁੱਤ ਆਪਣਾ ਧਿਆਨ ਰੱਖੀ। ਮਹਾਰਾਜ ਨਹੀਂ ਬੋਲੇ ਵੀ ਬਾਪੂ ਉਦੋਂ ਤੇ ਸਰਕਾਰੀ ਦਰਬਾਰੇ ਜਾ ਜਾ ਕਹਿੰਦਾ ਸੀ ਪੁੱਤ ਮੇਰਾ ਵਿਹਲਾ ਹੈ, ਕਿਸੇ ਕੰਮ ਦਾ ਨਹੀਂ, ਤੂੰ ਘਰੋਂ ਨਿਕਲ, ਆਪਣਾ ਕਮਾ, ਆਪਣਾ ਖਾ, ਮੈਂ ਤੇ ਇੱਥੋਂ ਕੀ ਲੈਣਾ ਹੈ, ਮੇਰਾ ਘਰ ਹੀ ਉਜਾੜ ਦਿੱਤਾ। ਪਰ ਗੁਰੂ ਸਾਹਿਬ ਦੇ ਮਨ ਵਿੱਚ ਕੋਈ ਰੋਸਾ ਨਹੀਂ, ਮਹਾਰਾਜ ਦੇ ਵੈਸੇ ਚੁੱਪ। ਸੱਚੇ ਪਾਤਸ਼ਾਹ ਨੇ ਮਾਂ ਦੇ ਹੰਝੂ ਵੇਖ ਵੀ ਹੁਣ ਮਨ ਹੌਲਾ ਕੀਤਾ ਨਹੀਂ। ਕਰੀ ਬੰਦਨਾ ਮਾਤ ਕੋ ਰੋਟ ਛੋਰੀ, ਪਿਤਾ ਕੋ ਨਮੋ ਕੀਨਾ ਦੋ ਹਾਥ ਜੋੜੀ। ਮਾਂ ਤ੍ਰਿਪਤਾ ਦੇ ਪੈਰਾਂ ਤੇ ਸਿਰ ਰੱਖ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਮਾਂ ਮੈਨੂੰ ਮਾਫ ਕਰੀ। ਤੁਰ ਪਈ। ਸਾਹਮਣੇ ਪਿਤਾ ਖੜੇ, ਪਿਤਾ ਕੋਲੇ ਆਏ, ਸਤਿਗੁਰਾਂ ਨੇ ਮੱਥਾ ਟੇਕਿਆ, ਨਮਸਕਾਰ ਕੀਤੀ। ਬਾਪੂ ਨੇ ਪੁੱਤ ਦੇ ਮੋਢੇ ਤੇ ਹੱਥ ਰੱਖਿਆ, ਪਰ ਬੋਲਿਆ ਨਾ ਗਿਆ। ਮਾਂ ਨੂੰ ਦੀ ਪੁੱਤ ਰੁਕ ਜਾ, ਕੁਛ ਪਲ ਬਹਿ ਜਾ। ਉਸੇ ਵੇਲੇ ਸਤਿਗੁਰਾਂ ਨੇ ਦੋਨੇ ਹੱਥ ਜੋੜ ਤੁਲਸਾ ਦਾਸੀ ਨੂੰ ਨਮਸਕਾਰ ਕੀਤੀ, ਜੋ ਇਸ ਘਰ ਦੀ ਸੇਵਾਦਾਰ ਹੈ। ਕਹਿੰਦੇ ਚੱਲ ਬਾਲਿਆ ਚੱਲੀਏ। ਪੈਰਾਂ 'ਚ ਧੌੜੀ ਦੀ ਜੁੱਤੀ ਪਾਈ ਸੀ, ਮੋਢੇ ਤੇ ਪੰਡ ਭਾਈ ਬਾਲਾ ਜੀ ਨੇ ਰੱਖੀ ਹੈ। ਨਾਨਕ ਪਿਆਰੇ ਜਿਨ੍ਹਾਂ ਕੱਪੜਿਆਂ ਵਿੱਚ ਸੀ, ਘਰ ਨੂੰ ਛੱਡ ਕੇ ਤੁਰ ਪਏ ਨੇ। ਸਖਾ ਕੋ ਮਿਲੇ ਸੋਹਤੇ ਬਾਲ ਪਿਆਰੇ, ਮੁਝੇ ਸੰਗ ਲੈ ਫੇਰ ਪੰਥ ਪਧਾਰੇ। ਇਸ ਗੱਲ ਦਾ ਜਦੋਂ ਸਤਿਗੁਰਾਂ ਦੇ ਮਿੱਤਰਾਂ ਨੂੰ, ਬਚਪਨ ਦੇ ਦੋਸਤਾਂ ਨੂੰ ਪਤਾ ਲੱਗਿਆ, ਭੱਜੇ ਆਏ ਆਪ ਮਹਾਰੇ। ਜਦੋਂ ਮਿੱਤਰ ਦੋਸਤ ਸਤਿਗੁਰਾਂ ਨੂੰ ਆ ਕੇ ਮਿਲੇ, ਮਹਾਰਾਜ ਦਰਵਾਜ਼ੇ ਤੇ ਪਹੁੰਚ ਗਏ, ਸਭ ਨੂੰ ਮਿਲੇ, ਗਲ ਪਕੜੀ ਪਾ ਕੇ ਸਭ ਨੂੰ ਪਿਆਰ ਦਿੱਤਾ। ਸਭ ਰੋਕਦੇ ਨੇ, ਪਰ ਨਹੀਂ, ਗੁਰੂ ਸਾਹਿਬ ਨੇ ਮੇਰਾ ਹੱਥ ਫੜਿਆ, ਚੱਲ ਲਿਆ। ਕਹਿੰਦੇ ਅਸੀਂ ਪਿੰਡ ਛੱਡ ਕੇ ਤੁਰ ਪਏ, ਕਦਮ ਦਰ ਕਦਮ ਤੁਰਦੇ ਜਾਂਦੇ ਆ। ਮਾਂ ਦੇ ਰੋਣ ਦੀ ਆਵਾਜ਼ ਉੱਚੀ ਉੱਚੀ ਵਿਹੜੇ ਵਿੱਚੋਂ ਆਉਂਦੀ ਹੈ। ਵਿਖੇ ਤੇ ਵਿਰਾਗੰ ਵਿਚਾਰੰ ਕਹਾਣੀ, ਮੇਰੀ ਜਾਤ ਭਖੈ ਭਲੇ ਮੋਖ ਦਾਨੀ। ਕਹਿੰਦੇ ਮੁਕਤੀ ਦੇ ਦਾਤੇ ਸਤਿਗੁਰ ਘਰੋਂ ਨਿਕਲੇ ਨੇ, ਲਾਤੇ ਗੁਲਾਮੀ ਦੇ ਸੰਗਤ, ਛੱਡ ਗਏ ਨੇ ਪਿੰਡ ਆਪਣਾ। ਪਿੱਛੋਂ ਮਾਂ ਰੋਵੇ। ਸਤਿਗੁਰਾਂ ਦੇ ਚਾਚਾ ਜੀ ਆਪਣੇ ਭਰਾ ਵੱਡੇ ਕੋਲ ਆ ਕੇ ਕਹਿੰਦੇ ਕਲਿਆਣ ਚੰਦ ਬਹੁਤ ਖੁਸ਼ ਹੋਏਗਾ, ਬੜੀ ਸ਼ਾਂਤੀ ਆਈ ਹੋਣੀ, ਕਰ ਲੈ ਮਾਇਆ ਇਕੱਠੀ। ਉਹ ਜਿਨ੍ਹਾਂ ਧੀਆਂ ਪੁੱਤਾਂ ਲਈ ਬੰਦਾ ਮਰਦਾ, ਜਿਨ੍ਹਾਂ ਨੂੰ ਵੇਖਣ ਲਈ ਸਭ ਕੁਝ ਕਰਦਾ ਹੈ, ਅੱਜ ਉਸ ਫੁੱਲਾਂ ਵਰਗੇ ਪੁੱਤ ਨੂੰ ਸਤਾ ਕੇ ਤੈਨੂੰ ਕੀ ਮਿਲਿਆ? ਖੁਸ਼ ਰਿਹਾ ਕਰੀ ਹੁਣ ਕਰੇ, ਕਮਾ ਲਈ ਮਾਇਆ, ਕਰ ਲਈ ਪੈਸੇ ਇਕੱਠੇ। ਕਹਿੰਦੇ ਜਦੋਂ ਛੋਟੇ ਭਰਾ ਦੇ ਬੋਲਾਂ ਨੂੰ ਸੁਣਿਆ, ਪਿਤਾ ਦਾ ਕਾਲਜਾ ਠੰਬਰ ਗਿਆ, ਅੱਖਾਂ ਭਰ ਗਈਆਂ, ਮਨ ਦੁਖੀ ਹੈ। ਸਾਹਮਣੇ ਤੇ ਨਹੀਂ ਸੀ ਬਾਪੂ ਰੋਂਦਾ, ਵੀ ਪੁੱਤ ਕੀ ਕਹੂਗਾ, ਉਦੋਂ ਤੇ ਸ਼ਿਕਾਇਤਾਂ ਲਾਉਂਦਾ ਸੀ, ਉਹ ਛੱਡ ਕੇ ਤੁਰੇ। ਕਿਤੇ ਨਾ ਕਿਤੇ ਪਿਤਾ ਮੋਹ ਵਿੱਚ ਆਏ, ਤੜਫੇ ਨੇ ਅੰਦਰੋਂ। ਪਰ ਚਾਚਾ ਜੀ ਨੇ ਗੁੱਸੇ ਵਿੱਚ ਆ ਕੇ ਆਖਿਆ ਤੂੰ ਚੰਗਾ ਨਹੀਂ ਕੀਤਾ। ਵਿਹੜੇ ਦੀ ਰੌਣਕ ਸੀ ਗੁਰੂ ਨਾਨਕ ਸਾਹਿਬ, ਉਹ ਉਹਨਾਂ ਦੇ ਹੁੰਦਿਆਂ ਦੁਨੀਆ ਸਾਡੇ ਘਰ ਆਉਂਦੀ ਸੀ। ਹੁਣ ਦੱਸ ਸਾਡੇ ਵਿਹੜੇ ਕੌਣ ਆਊਗਾ? ਆਖੋ ਸਤਿਨਾਮ। ਹਰ ਪਰਿਵਾਰ ਵਿੱਚ ਕੋਈ ਐਸਾ ਇਨਸਾਨ ਹੁੰਦਾ ਹੈ ਜਿਹਦੇ ਕਰਕੇ ਘਰ ਵਿੱਚ ਰੌਣਕਾਂ ਹੁੰਦੀਆਂ ਨੇ। ਤੇ ਕਈ ਵਾਰ ਸਾਡੇ ਸੁਭਾਅ ਇਹੋ ਜਿਹੇ ਹੁੰਦੇ, ਸਾਨੂੰ ਤੇ ਆਪਣੇ ਬੁਲਾਉਣਾ ਪਸੰਦ ਨਹੀਂ ਕਰਦੇ, ਪਰ ਕਿਸੇ ਦੀ ਬਦੌਲਤ ਵਿਹੜਾ ਰੁਸ਼ਨਾਇਆ ਹੁੰਦਾ ਹੈ। ਗੁਰੂ ਸਾਹਿਬ ਕਹਿੰਦੇ ਕਾਹਦਾ ਘਰ ਛੱਡ ਕੇ ਗਏ? ਰਾਏ ਭੋਏ ਦੀ ਤਲਵੰਡੀ ਦੀਆਂ ਸਭ ਰੌਣਕਾਂ ਨਾਲ ਹੀ ਲੈ ਚੱਲੇ। ਆਖੋ ਸਤਿਨਾਮ। ਛੱਡ ਕੇ ਪਿੰਡ ਅਸੀਂ, ਕਹਿੰਦੇ ਗੁਰੂ ਸਾਹਿਬ ਮੈਨੂੰ ਭਗਤੀ ਦੀਆਂ ਗੱਲਾਂ ਸੁਣਾਉਂਦੇ ਜਾਂਦੇ, ਕੋਈ ਹੰਝੂ ਨਹੀਂ ਅੱਖ 'ਚ, ਕੋਈ ਬਰਾਦ ਨਹੀਂ, ਖੁਸ਼ ਬਣ ਗਿਆ। ਰਾਏ ਬਲਾਰ ਸਾਹਿਬ ਵੀ ਪਿੰਡੋਂ ਬਾਰ-ਬਾਰ ਵੇਖਣ ਆਏ ਨੇ, ਨਾਨਕ ਜੀ ਤੁਰੇ ਜਾ ਰਹੇ, ਦੋਨੇ ਮਿੱਤਰ। ਪੰਡ ਫੜੀ ਹੈ ਕੱਪੜਿਆਂ ਦੀ ਭਾਈ ਬਾਲਾ ਜੀ ਨੇ, ਗੁਰੂ ਸਾਹਿਬ ਨਾਲ ਜਾ ਰਹੇ, ਨਿੱਕੇ ਦੀ ਗੱਲਾਂ ਕਰਦੇ ਜਾਂਦੇ, ਪਿੱਛੇ ਮੁੜ ਨਹੀਂ ਗੁਰੂ ਸਾਹਿਬ ਨੇ ਵੇਖਿਆ। ਪਰ ਭਾਈ ਬਾਲਾ ਜੀ ਕਹਿੰਦੇ ਮੈਂ ਮੁੜ ਤੱਕਦਾ ਸੀ ਪਿੰਡ ਆਪਣੇ ਨੂੰ, ਮੈਨੂੰ ਪਤਾ ਸੀ ਸਤਿਗੁਰਾਂ ਦੇ ਸੱਜਣ ਪ੍ਰੀਤਮ ਪਿਆਰੇ ਪਿੱਛਾ ਤੱਕ ਵੇਖਦੇ ਨੇ। ਪੂਰੀ ਨਿਜਰਾਨੀ
ਕਟੀ ਬਾਤ ਸਾਰੀ ਪਰਵੇਸ਼ੰਗ ਬਜਾਰੰ ਕਿਉ ਹੀਰ ਚਾਰੀ। ਜੰਗਲਾਂ ਬੇਲਿਆਂ ਨੂੰ ਪਾਰ ਕੀਤਾ, ਪਿੰਡਾਂ ਸ਼ਹਿਰਾਂ ਨੂੰ ਸਰ ਕੀਤਾ। ਲੰਘਦੇ ਲੰਘਦੇ ਇੱਕ ਸ਼ਹਿਰ ਦੇ ਕਰੀਬ ਆਏ ਜਿਹਦੇ ਵੱਡੇ ਵੱਡੇ ਬਾਜ਼ਾਰ ਦਿਸਦੇ ਸੀ। ਗੁਰੂ ਸਾਹਿਬ ਉਹਨਾਂ ਬਾਜ਼ਾਰਾਂ ਨੂੰ ਵੇਖਦੇ ਜੇ ਖੁਸ਼ ਹੁੰਦੇ ਆ। ਉਮਰਾਂ ਤੇ ਬਹੁਤ ਛੋਟੀਆਂ ਨੇ, ਅਜੇ ਤੇ ਥੋੜੀ ਜਿਹੀ ਦਾੜੀ ਆਈ, ਜਵਾਨੀ ਦੀ ਉਮਰ ਸ਼ੁਰੂ ਹੋਣ ਲੱਗੀ ਹੈ ਤੇ ਆਨੰਦ ਕਾਰਜ ਬਾਰੇ ਵੀ ਕਿਸੇ ਨੇ ਸੋਚਿਆ ਨਹੀਂ। ਪਰ ਪਿਤਾ ਆਪਣੇ ਪੁੱਤ ਨੂੰ ਇੱਕ ਚੰਗਾ ਦੁਨੀਆਦਾਰ ਬਣਾਉਣਾ ਚਾਹੁੰਦਾ ਸੀ, ਚੰਗਾ ਦੁਨੀਆਦਾਰ। ਗੁਰੂ ਸਾਹਿਬ ਦਾ ਇਤਿਹਾਸ ਕੀ ਸਿਖਾਉਂਦਾ ਹੈ? ਇਹ ਸਿਖਾਉਂਦਾ ਹੈ ਧੀਆਂ ਪੁੱਤਾਂ ਨੂੰ ਇਕੱਲੇ ਪੈਸੇ ਕਮਾਉਣ ਦੀ ਮਸ਼ੀਨ ਨਾ ਬਣਾਓ, ਜ਼ਿੰਦਗੀ ਵਿੱਚ ਚੰਗੇ ਸੰਸਕਾਰ ਦੇ ਦਿਓ। ਕਦੇ ਰੋਣ ਦੀ ਕਹਿਣ ਦੀ ਲੋੜ ਨਹੀਂ ਪੈਣੀ, ਪੁੱਤ ਸਾਡੀ ਸੇਵਾ ਕਰਿਓ। ਜਿਨ੍ਹਾਂ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਆ ਨਾ, ਪੁੱਤ ਗਰੀਬ ਵੀ ਹੋਵੇ ਮਾਪਿਆਂ ਦੀ ਪੂਜਾ ਕਰਦਾ ਹੈ। ਜਿਨ੍ਹਾਂ ਮਾਪਿਆਂ ਨੇ ਬੱਚਿਆਂ ਨੂੰ ਸੰਸਕਾਰ ਨਹੀਂ ਦਿੱਤੇ ਨਾ, ਕੋਈ ਅਰਬਾਂ ਖਰਬਾਂ ਪਤੀ ਵੀ ਹੋ ਗਏ, ਮਾਪੇ ਰੋਂਦੇ ਫਿਰਦੇ ਬੁਢਾਪੇ 'ਚ। ਉਹਨਾਂ ਮਾਪਿਆਂ ਨੂੰ ਆਪਣੀਆਂ ਔਲਾਦਾਂ ਦਾ ਪਤਾ ਹੁੰਦਾ, ਬਿਰਧ ਆਸ਼ਰਮਾਂ 'ਚ ਪਹਿਲੇ ਹੀ ਤੁਰੇ ਫਿਰਦੇ ਹੁੰਦੇ ਆ। ਇਹ ਦਿੱਤੇ ਹੋਏ ਸੰਸਕਾਰ ਨੇ। ਜੀਵਨ ਵਿੱਚ ਧਰਮ ਹੋਣਾ ਬਹੁਤ ਜ਼ਰੂਰੀ ਹੈ। ਧਰਮ ਜ਼ਰੂਰੀ ਹੈ, ਪਖੰਡ ਜ਼ਰੂਰੀ ਨਹੀਂ, ਅੰਧ ਵਿਸ਼ਵਾਸ ਜ਼ਰੂਰੀ ਨਹੀਂ। ਧਰਮੀ ਇਨਸਾਨ ਵਿੱਚ ਦਇਆ ਹੁੰਦੀ ਹੈ, ਤਰਸ ਹੁੰਦਾ ਹੈ। ਜ਼ਿੰਦਗੀ ਦਾ ਬਹੁਤ ਵੱਡਾ ਗਹਿਣਾ ਹੈ ਮਾਪਿਆਂ ਦੇ ਦਿੱਤੇ ਸੰਸਕਾਰ। ਪੈਸਾ ਤੇ ਨੱਚਣ ਵਾਲਿਆਂ ਕੋਲ ਵੀ ਬੜਾ ਹੈ, ਮਾਇਆ ਕਿਹਦੇ ਕੋਲ ਨਹੀਂ। ਜਿਹਨੂੰ ਮਰਜ਼ੀ ਛੇੜ ਕੇ ਦੇਖੋ, ਹਰੇਕ ਹੀ ਬੰਦਾ ਕੁਬੇਰ ਦਾ ਖਜ਼ਾਨਾ ਹੈ। ਪਰ ਜਿਨ੍ਹਾਂ ਦੀਆਂ ਔਲਾਦਾਂ ਕੋਲ ਸੰਸਕਾਰ ਨੇ ਨਾ, ਹਰ ਕੋਈ ਉਹਨਾਂ ਦੇ ਘਰੇ ਆਉਣਾ ਚਾਹੁੰਦਾ ਹੈ, ਹਰ ਕੋਈ ਉਹਨਾਂ ਦੇ ਬੱਚਿਆਂ ਨੂੰ ਮਿਲਣਾ ਚਾਹੁੰਦਾ ਹੈ, ਕਿਉਂਕਿ ਉਹਨਾਂ ਬੱਚਿਆਂ ਦੇ ਵਿੱਚੋਂ ਪੋਜ਼ਿਟਿਵਿਟੀ ਬੜੀ ਹੈ। ਚੰਗੇ ਸੰਸਕਾਰ ਨੇ, ਚੰਗੀਆਂ ਗੱਲਾਂ ਨੇ, ਚੰਗੇ ਗੁਣ ਨੇ। ਗੁਰੂ ਸਾਹਿਬ ਚਲਦੇ ਚਲਦੇ ਸੁਲਤਾਨਪੁਰ ਲੋਧੀ ਕੋਲ ਆ ਗਏ। ਇਸ ਸ਼ਹਿਰ ਵਿੱਚ ਆਏ, ਮੈਂ ਅੱਗੇ ਵੀ ਬੇਨਤੀ ਕੀਤੀ ਹੈ, ਔਰੰਗਜ਼ੇਬ ਬਾਦਸ਼ਾਹ ਵੇਲੇ ਗੁਰੂ ਸਾਹਿਬ ਤੋਂ ਬਾਅਦ ਬਹੁਤ ਵੱਡੀ ਯੂਨੀਵਰਸਿਟੀ ਸੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਇਸਲਾਮ ਦੀ। ਬਾਬਰ ਤੋਂ ਪਹਿਲਾਂ ਸੁਲਤਾਨਪੁਰ ਲੋਧੀ, ਨਾਲੰਦਾ ਯੂਨੀਵਰਸਿਟੀ ਤੋਂ ਬਾਅਦ ਇੱਕ ਏਡੀ ਵੱਡੀ ਯੂਨੀਵਰਸਿਟੀ ਸੀ ਬੌਧ ਭਿਕਸ਼ੂਆਂ ਦੀ। ਪੂਰਾ ਉੱਤਰ ਭਾਰਤ ਇੱਥੇ ਇਕੱਠੇ ਹੋ ਕੇ ਭਿੱਖਿਆ ਲੈਂਦਾ ਸੀ। ਬਹੁਤ ਵੱਡਾ ਸ਼ਹਿਰ ਆ, ਪੁਰਾਣਾ। ਚਲੋ ਸਮੇਂ ਸਮੇਂ ਨਾਲ ਬੜਾ ਕੁਝ ਚੇਂਜ ਹੁੰਦਾ ਜਾਂਦਾ ਹੈ। ਕਹਿੰਦੇ ਇਹ ਨਗਰੀ ਰਾਜੇ ਮਹਾਰਾਜੇ ਸੁਲਤਾਨਾਂ ਦੀ ਸੀ, ਇਸੇ ਕਰਕੇ ਇਹਨੂੰ ਸੁਲਤਾਨਪੁਰ ਲੋਧੀ ਕਿਹਾ ਜਾਂਦਾ ਸੀ। ਇਸਲਾਮ ਦੇ ਨਾਮ ਤੇ ਨਾਮ ਇਹਦਾ ਪੱਕਾ ਸੀ ਵੀ ਰਾਜੇ ਮਹਾਰਾਜੇ ਇੱਥੇ ਰਹਿੰਦੇ ਆ। ਜਿਵੇਂ ਅੱਜ ਦੇ ਸਮੇਂ ਰਾਜਧਾਨੀ ਦਿੱਲੀ ਹੈ ਨਾ, ਹਰ ਆਫੀਸ਼ੀਅਲ ਆਫਿਸ, ਹਰ ਦਫ਼ਤਰ, ਹਰ ਬੰਦੇ ਦਾ ਟਿਕਾਣਾ ਉੱਥੇ ਹੁੰਦਾ ਹੈ। ਉਹਨਾਂ ਸਮਿਆਂ ਦੇ ਵਿੱਚ ਵੱਡੇ ਵੱਡੇ ਰਾਜੇ ਮਹਾਰਾਜੇ ਆਉਂਦੇ ਜਾਂਦੇ ਸੀ, ਸੁਲਤਾਨਪੁਰ ਲੋਧੀ ਰੁਕਦੇ ਹੁੰਦੇ ਸੀ। ਇਹੀ ਕਾਰਨ ਸੀ ਇਸਲਾਮ ਦੇ ਲੋਕਾਂ ਦਾ ਚੰਗਾ ਇੱਥੇ ਦਬਦਬਾ ਸੀ। ਵੱਡੀਆਂ ਵੱਡੀਆਂ ਮਸਜਿਦਾਂ ਤੇ ਵੱਡੇ ਵੱਡੇ ਤਹਿਖਾਨੇ ਸੀ, ਵੱਡੇ ਵੱਡੇ ਕਿਲੇ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਦੇ ਵੇਖਦੇ ਬਾਜ਼ਾਰ ਵਿੱਚੋਂ ਹੁੰਦੇ ਉਸ ਘਰ ਨੂੰ ਚਲੇ ਗਏ ਜਿੱਥੇ ਭੈਣ ਜੀ ਵਿਆਹੇ ਹੋਏ ਨੇ। ਹੁਣ ਉਹ ਬੇਦੀਆਂ ਦਾ ਇਲਾਕਾ ਸੀ ਜਾਂ ਖੱਤਰੀਆਂ ਦਾ ਇਲਾਕਾ ਸੀ, ਕਿਉਂਕਿ ਇਹ ਸੁਲਤਾਨਪੁਰ ਲੋਧੀ ਵਿੱਚ ਬੇਦੀ ਵਸਦੇ ਸੀ, ਭੱਲੇ ਸੀ, ਤ੍ਰੇਹਣ ਸੀ, ਖੱਤਰੀਆਂ ਦੀਆਂ ਵੰਸਾਂ ਸਾਰੀਆਂ ਸੀ। ਅੱਗੇ ਨਾ ਕਦੇ ਨੋਟ ਕਰਿਓ, ਪੁਰਾਣੇ ਸਮੇਂ 'ਚ 4 ਵਰਨਾਂ ਨੂੰ ਵੰਡਿਆ ਸੀ। 4 ਵਰਨ ਪਿੰਡਾਂ 'ਚ ਕੀਤੇ ਹੁੰਦੇ ਸੀ। ਇੱਧਰ ਬਾਹਮਣਾਂ ਦੇ ਘਰ ਨੇ, ਇੱਧਰ ਸ਼ੂਦਰਾਂ ਦੇ ਨੇ, ਇੱਧਰ ਵੈਸ਼ਾਂ ਦੇ ਨੇ। ਤੇ ਅੱਜ ਵੀ ਉਹ ਤਕਨੀਕ ਭਾਵੇਂ ਕਿੰਨਾ ਵੀ ਆਫੀਸ਼ੀਅਲ ਹੋ ਗਿਆ, ਸਮਾਜ ਕਿੰਨਾ ਵੀ ਡਿਜੀਟਲ ਹੈ, ਕਦੇ ਜਾ ਕੇ ਵੇਖਿਓ ਜਿਹਨਾਂ ਨੂੰ ਅਸੀਂ ਛੋਟੀਆਂ ਜਾਤਾਂ ਦੇ ਲੋਕ ਕਹਿੰਦੇ ਆ ਨਾ, ਉਹਨਾਂ ਦੇ ਘਰ ਹਮੇਸ਼ਾ ਹਰ ਪਿੰਡ ਵਿੱਚ ਤੁਹਾਨੂੰ ਉੱਤਰ ਦੀ ਦਿਸ਼ਾ ਮਿਲਣਗੀ, ਪੂਰਬ ਵਾਲੇ ਪਾਸੇ। ਕਿਉਂ? ਬ੍ਰਾਹਮਣਾਂ ਦੀਆਂ ਚਾਲਾਂ ਉਦੋਂ ਦੀਆਂ ਚੱਲੀਆਂ ਹੁੰਦੀਆਂ ਨੇ ਵੀ ਇਹਨਾਂ ਲੋਕਾਂ ਦਾ ਪਰਛਾਵਾਂ ਕਿਤੇ ਵੱਡੀ ਜਾਤ ਵਾਲਿਆਂ ਦੇ ਨਾਲ ਵੀ ਮਾੜਾ ਹੁੰਦਾ ਹੈ। ਪਰ ਗੁਰਬਾਣੀ ਨੇ ਸਭ ਨੂੰ ਇੱਕ ਬਣਾਇਆ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 4 ਵਰਨਾਂ ਤੋਂ ਸਾਂਝਾ। ਇੱਥੇ ਤੇ ਜਾਤ ਪਾਤ ਦੀ ਕਿਸੇ ਦੀ ਨਹੀਂ ਹੈ, ਸਭ ਨੂੰ ਇੱਕ ਸਮਾਨ ਬਣਾਇਆ। ਉਹ ਅਲੱਗ ਗੱਲ ਹੈ ਵੀ ਅੰਮ੍ਰਿਤ ਛਕ ਕੇ ਵੀ ਸਾਡੀ ਧੌਣ ਚੋਂ ਜਾਤ ਦਾ ਕਿਲਾ ਨਹੀਂ ਨਿਕਲਦਾ। ਹੁਣ ਤੇ 5 ਪਿਆਰੇ ਵੀ ਆਪਣੀਆਂ ਜਾਤਾਂ ਦੇ ਨੇ, ਹੁਣ ਤੇ ਗੁਰਦੁਆਰੇ ਵੀ ਆਪਣੀਆਂ ਜਾਤਾਂ ਦੇ ਨੇ। ਹੁਣ ਤੇ ਬਾਬਾ ਦੀਪ ਸਿੰਘ ਨੂੰ ਵੀ ਕਿਸੇ ਨੇ ਆਪਣਾ ਬਣਾ ਲਿਆ ਵੀ ਸਾਡੀ ਜਾਤ ਹੈ। ਭਾਈ ਜੀਵਨ ਸਿੰਘ ਨੂੰ ਵੀ ਕਿਸੇ ਨੇ ਆਪਣਾ ਬਣਾ ਲਿਆ। ਭਾਈ ਦਇਆ ਸਿੰਘ ਨੂੰ ਵੀ ਕਿਸੇ ਨੇ ਅਲੱਗ ਕਰ ਲਿਆ ਵੀ ਤੇ ਸਾਡੀ ਜਾਤ ਦੇ ਆ। ਰਹਿ ਕੀ ਗਿਆ ਪਿੱਛੇ? ਗੁਰਬਾਣੀ ਨੇ ਸਭ ਕੁਝ ਖਤਮ ਕਰਕੇ ਇੱਕ ਕੀਤਾ, ਕੋਈ ਅਸੀਂ ਗੁਰਬਾਣੀ ਦੇ ਟੁਕੜੇ ਕਰਤੇ। ਫੇਰ ਅਸੀਂ ਕਹਿੰਦੇ ਆ ਸਾਡਾ ਪੰਜਾਬ ਵੰਡਿਆ ਗਿਆ। ਫੇਰ ਅਸੀਂ ਕਹਿੰਦੇ ਆ ਜੀ ਵੇਖੋ ਸਾਡੇ ਲੋਕ ਸੁਖੀ ਨਹੀਂ, ਸਾਡੀ ਧਰਤੀ ਤੇ ਇਹ ਕੁਝ ਹੁੰਦਾ ਹੈ। ਹੋਵੇ ਵੀ ਕਿਉਂ ਨਾ,
ਜਿਨ੍ਹਾਂ ਨੇ ਗੁਰਬਾਣੀ ਦਾ ਨਿਰਾਦਰ ਕੀਤਾ ਰੁਲਣਗੇ ਫਿਰ ਇਦਾਂ ਹੀ। ਆਖੋ ਸਤਿਨਾਮ। ਅੱਜ ਸਾਡੀਆਂ ਹਾਲਤਾਂ ਇਹ ਕਿਉਂ ਨੇ? ਕਿਤੇ ਨਾ ਕਿਤੇ ਵੇਖੋ ਪਿਛਲੇ 50 ਸਾਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਿੰਨੀ ਹੋਈ ਹੈ। ਅੱਜ ਰੁਲ ਰਹੇ ਨਾ ਬਜ਼ੁਰਗ ਸਾਡੇ, ਕਿਤੇ ਨਾ ਕਿਤੇ ਪਾਪ ਹੈ, ਸਾਹਮਣੇ ਆ ਜਾਂਦਾ ਹੈ। ਉਹ ਕੀਤੇ ਹੋਏ ਕਰਮ ਅੱਜ ਸਾਨੂੰ ਭੁਗਤਣੇ ਪੈ ਰਹੇ ਨੇ, ਕਿਸੇ ਵੀ ਰੂਪ ਵਿੱਚ ਹੋਣ। ਨਿਤ ਮਾਵਾਂ ਦੇ ਪੁੱਤਾਂ ਦੀਆਂ ਲਾਸ਼ਾਂ ਘਰੇ ਆਉਂਦੀਆਂ, ਦੁੱਖ ਨਹੀਂ ਲੱਗਦਾ? ਕਿੰਨੇ ਮਾਪਿਆਂ ਦੇ ਬੱਚੇ ਅੱਜ ਲਾਪਤਾ ਬੈਠੇ, ਨਹੀਂ ਦੁੱਖ ਲੱਗਦਾ? ਜਿਨ੍ਹਾਂ ਦੇ ਸੀਨੇ ਪੱਥਰ, ਉਹਨਾਂ ਨੂੰ ਕੀ ਲੱਗਣਾ ਹੈ? ਉਹ ਕਹਿੰਦੇ ਸਾਨੂੰ ਕੀ ਹੈ, ਸਾਡੇ ਬੱਚੇ ਠੀਕ ਨੇ, ਸਾਡਾ ਘਰ ਠੀਕ, ਅਸੀਂ ਕਿਉਂ ਦੁਖੀ ਹੋਈਏ? ਪਰ ਪਿਆਰਿਓ, ਜਾਤ ਪਾਤ ਅੱਜ ਵੀ ਲੈ ਕੇ ਬੈਠੀ ਹੈ। ਅੱਜ ਵੀ ਇਹੀ ਕਾਰਨ ਹੈ ਸਿੱਖੀ ਵਿੱਚ ਵਖਰੇਵੇਂ ਨੇ। ਗੁਰੂ ਨਾਨਕ ਸਾਹਿਬ ਜਿੱਧਰ ਨੂੰ ਜਾ ਰਹੇ ਆ ਨਾ ਜੀ, ਸਤਿਗੁਰ ਨਹੀਂ ਵੇਖਦੇ ਇੱਧਰ ਆਮ ਲੋਕਾਂ ਦੇ ਘਰ ਨੇ, ਛੋਟੀਆਂ ਜਾਤਾਂ ਦੇ ਘਰ ਨੇ। ਗੁਰੂ ਲਈ ਤੇ ਸਾਰੇ ਇੱਕ ਬਰਾਬਰ ਸੀ। ਕਹਿੰਦੇ ਮਹਾਰਾਜ ਨੇ ਪਿੰਡ ਦਾ ਗੇੜਾ ਦਿੱਤਾ, ਜਿਸ ਪਾਸੇ ਘਰ ਸੀ ਉਸ ਪਾਸੇ ਨੂੰ ਚੱਲ ਪਏ ਨੇ। ਗਏ ਧਾਮ ਜੈ ਰਾਮ ਬੇਦੀ ਨ ਰਾਈ, ਤਵੇ ਨਾਨਕੀ ਸੋਦਰੀ ਦੇਖ ਢਾਈ। ਸਹਿਜ ਸੁਭਾਅ ਸਤਿਗੁਰ ਜਿਸ ਵੇਲੇ ਘਰ ਦੇ ਦਰਵਾਜ਼ੇ ਵਿੱਚ ਆਏ, ਉਦੋਂ ਕੱਚੇ ਘਰ ਹੁੰਦੇ ਸੀ। ਕਿਸੇ ਦਾ ਕੋਈ ਪੱਕਾ ਕਮਰਾ ਹੁੰਦਾ ਸੀ ਤੇ ਵੱਡੇ ਵੱਡੇ ਵਿਹੜੇ, ਕੱਚੀਆਂ ਦੀਵਾਰਾਂ, ਕੱਚੀਆਂ ਕੰਧਾਂ। ਜਦ ਗੁਰੂ ਸਾਹਿਬ ਭਾਈ ਬਾਲਾ ਜੀ ਦੇ ਸਮੇਤ ਕੱਚੀ ਕੰਧ ਕੋਲ ਤੁਰੇ ਆਉਂਦੇ ਆ, ਮੁੱਖ ਦਰਵਾਜ਼ੇ ਵਿੱਚ ਆਏ, ਭੈਣ ਨਾਨਕੀ ਦੀ ਨਜ਼ਰ ਆਪਣੇ ਵੀਰ ਤੇ ਪੈ ਗਈ। ਜਦੋਂ ਭੈਣ ਨੇ ਵੇਖਿਆ, ਪਹਿਲਾਂ ਤੇ ਯਕੀਨ ਨਹੀਂ ਹੋਇਆ। ਕਹਿੰਦੇ ਭੈਣ ਜੋ ਹੱਥ ਵਿੱਚ ਸੀ ਛੱਡ ਕੇ ਭੱਜੀ ਆਈ, ਉਹੀ ਵਿਹੜੇ 'ਚ ਖੜੇ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਸਹਿਜ ਸੁਭਾਅ ਦੇ ਉਸ ਦਰਵਾਜ਼ੇ 'ਚ ਪ੍ਰਵੇਸ਼ ਹੋਇਆ, ਭੈਣ ਨਾਨਕੀ ਦੌੜ ਕੇ ਭੱਜ ਕੇ ਆ ਗਈ। ਉਹਨੇ ਇੱਧਰ ਉੱਧਰ ਨਹੀਂ ਵੇਖਿਆ। ਉਦੋਂ ਤੇ ਸਿਰ ਕੱਜੀ ਹੁੰਦੇ ਸੀ। ਅੱਜ ਦਾ ਜ਼ਮਾਨਾ ਇਹ ਹੈ ਵੀ ਜੇ ਕੋਈ ਵੱਡਾ ਘਰੇ ਆ ਜੇ, ਪਹਿਲਾਂ ਤੇ ਕਿਸੇ ਨੂੰ ਇਹ ਨਹੀਂ ਪਤਾ ਸਾਡੀਆਂ ਧੀਆਂ ਬੱਚੀਆਂ ਨੂੰ ਵੀ ਸਿਰ ਕੱਜ ਕੇ ਮਿਲੀ ਤਾਂ ਵੱਡਿਆਂ ਦੇ ਪੈਰੀਆਂ ਲਾਈ। ਇਹ ਤੇ ਹੈ ਹੀ ਨਹੀਂ। ਚੱਲ ਜੇ ਕਿਤੇ ਹੈ ਵੀ ਆ ਨਾ ਤੇ ਉਹ ਸੋਚਣਗੇ ਵੀ ਜੇ ਰਮਾਲ ਰਮੂਲ ਮਿਲ ਜੇ ਸਿਰ ਢੱਕਣਾ, ਪਹਿਲਾਂ ਤੇ ਢੱਕਦਾ ਹੀ ਕੋਈ ਨਹੀਂ ਤੇ ਦੂਜੀ ਵਾਰ ਹੁੰਦਾ ਵੀ ਨਹੀਂ ਕੁਛ ਕੋਲੇ। ਉਹਨਾਂ ਸਮਿਆਂ ਵਿੱਚ ਸਿਰ ਢੱਕੇ ਹੁੰਦੇ ਸੀ, ਕਵਰ ਕੀਤੇ ਸੀ, ਕਿਉਂਕਿ ਸਿਰ ਢੱਕ ਕੇ ਰੱਖਣਾ ਵੱਡਿਆਂ ਦਾ ਆਦਰ ਤੇ ਸਤਿਕਾਰ ਹੁੰਦਾ ਸੀ। ਭੈਣ ਨਾਨਕੀ ਤੋਂ ਭਾਵੇਂ ਸਤਿਗੁਰ ਉਮਰ ਵਿੱਚ 5 ਸਾਲ ਛੋਟੇ ਨੇ, ਗੁਰੂ ਸਾਹਿਬ ਨੇ ਜਦੋਂ ਭੈਣ ਜੀ ਨੂੰ ਵੇਖਿਆ ਨਾ, ਚਾਅ ਚੜ ਗਿਆ। ਇੱਥੇ ਦੁਨਿਆਵੀ ਭੈਣ ਭਰਾ ਨਹੀਂ ਵੀ ਉਹ ਮਾਇਆ ਦੇ ਮਾਰੇ ਹੋਣਗੇ। ਭੈਣ ਤੇ ਆਪਣੇ ਭਰਾ ਨੂੰ ਰੱਬ ਜਾਣਦੀ ਹੈ। ਰੌਲਾ ਪਾਤਾ, ਵੀਰ ਆਇਆ ਮੇਰਾ, ਦੌੜ ਕੇ ਸਤਿਗੁਰਾਂ ਦੇ ਨੇੜੇ ਆਏ ਨੇ। ਉਬੇ ਪੈਰ ਪੈ ਆਨ ਕੈ ਸੀਸ ਧਾਰਿਓ, ਦਿਆ ਐਨ ਜੋ ਦੇਖ ਬੈਨੰ ਉਚਾਰਿਓ। ਭੈਣ ਨੇ ਆਸਾ ਪਾਸਾ ਨਾ ਵੇਖਿਆ, ਭੱਜ ਕੇ ਲੰਮਿਆ ਪੈ ਕੇ ਭਰਾ ਦੇ ਪੈਰਾਂ ਤੇ ਚਰਨਾਂ ਤੇ ਸਿਰ ਰੱਖਤਾ। ਆਖੋ ਸਤਿਨਾਮ ਨਮਸਕਾਰ। ਭੈਣਾਂ ਤੇ ਆਪਣੀਆਂ ਵੀ ਵੱਡੀਆਂ ਛੋਟੀਆਂ ਨੇ ਪੁੱਛਦੀਆਂ, ਕਹਿੰਦੇ ਜਾ ਕਰ ਓਏ, ਕਲੇਸ਼ ਕਰਿਆ ਇੱਥੇ ਸਾਰਾ। ਕੋਈ ਪੁੱਛਦਾ? ਇਹਦੇ ਆਪਾਂ ਨੂੰ ਪਤਾ ਵੀ ਕਿੰਨੀ ਇੱਜ਼ਤ ਹੁੰਦੀ ਆ ਆਪਣੀ ਘਰ 'ਚ। ਬਾਹਰ ਆਪਾਂ ਜਿੰਨੇ ਮਰਜ਼ੀ ਮਹਾਨ ਬਣੇ ਕਰੀਏ, ਪਰ ਧੰਨ ਭੈਣ ਨਾਨਕੀ ਭਰਾ ਦੇ ਚਰਨਾਂ ਵਿੱਚ ਲੰਮਿਆਂ ਪੈ ਕੇ ਨਮਸਕਾਰ ਕਰ ਦਿੱਤੀ, ਵੀਰ ਦੇ ਚਰਨ ਚੁੰਮੇ। ਗੁਰੂ ਸਾਹਿਬ ਨੇ ਸਿਰ ਤੇ ਹੱਥ ਮਾਰਿਆ। ਭਾਈ ਵਾਲੇ ਦੇ ਸਾਹਮਣੇ ਕੀ ਹੋ ਗਿਆ? ਵੱਡੀ ਹੈ ਭੈਣ, ਪੂਜਣਯੋਗ ਹੈ। ਵੱਡੇ ਤੇ ਹਮੇਸ਼ਾ ਸਤਿਕਾਰਯੋਗ ਹੁੰਦੇ, ਕੋਈ ਵੀ ਹੋਵੇ, ਵੱਡਿਆਂ ਦਾ ਹਮੇਸ਼ਾ ਆਦਰ ਹੁੰਦਾ। ਸਤਿਗੁਰ ਪਤਾ ਕੀ ਬੋਲੇ ਰਸਨਾ ਤੋਂ? ਕਹਿੰਦੇ ਭੈਣੇ ਮੇਰੀ ਇਹ ਕਹਿਰ ਕਰਤਾ। ਆਖੋ ਸਤਿਨਾਮ। ਵੱਡੀ ਭੈਣ ਮਾਂ ਸਮਾਨ ਹੁੰਦੀ ਹੈ, ਮੱਥਾ ਟੇਕਣਾ ਫਰਜ਼ ਬਣਦਾ ਹੈ। ਚਾਹੁੰਦੇ ਤੇ ਸਤਿਗੁਰ ਸੀ ਮੈਂ ਭੈਣ ਦੇ ਚਰਨਾਂ ਤੇ ਜਾ ਕੇ ਮੱਥਾ ਟੇਕਣਾ, ਇਹ ਤੇ ਖਿਆਲ ਗੁਰੂ ਸਾਹਿਬ ਦੇ ਮਨ ਦਾ ਸੀ। ਪਰ ਭੈਣ ਨੇ ਆਣ ਸਾਰ ਅਚਨ ਚੇਤ ਭਰਾ ਵੀਰ ਦੇ ਚਰਨਾਂ ਤੇ ਆਪਣਾ ਸੀਸ ਰੱਖਿਆ ਏ। ਵੱਡੀ ਸੋਦਰੀ ਮੋਹਿ ਤੇ ਬੈਸ ਤੇਰੀ, ਕਰੋ ਬੰਦਨਾ ਜੋਗਤਾ ਹੈ ਸੋ ਮੇਰੀ। ਗੁਰੂ ਸਾਹਿਬ ਇੱਕਦਮ ਪਿੱਛੇ ਹਟੇ, ਆਖਣ ਲੱਗੇ ਵੱਡੀ ਸੋਦਰੀ, ਸੋਦਰੀ ਨਾਮ ਭੈਣ ਦਾ। ਭੈਣੇ ਮੇਰੀਏ ਤੂੰ ਮੈਥੋਂ ਵੱਡੀ ਆ, ਇਹ ਕੀ ਕੀਤਾ ਤੂੰ? ਮੈਂ ਤੇ ਤੇਥੋਂ ਬਹੁਤ ਛੋਟਾ। ਇਹ ਗੁਨਾਹ ਕਿਉਂ ਕੀਤਾ ਹੈ? ਇਹ ਪਾਪ ਕਿਉਂ ਕੀਤਾ ਹੈ? ਭੈਣੇ ਦੁੱਖ ਲੱਗਾ ਮੈਨੂੰ। ਦੇਖੋ ਕਿੰਨਾ ਪ੍ਰੇਮ ਹੋਣਾ ਜੀ, ਘਰਾਂ ਵਿੱਚ ਕਿੰਨਾ ਸਤਿਕਾਰ ਸੀ ਆਪ ਤੋਂ ਵੱਡਿਆਂ ਦਾ। ਅੱਜ ਹੈ
ਅੱਜ ਤੇ ਬਸ ਚੁੱਪ ਭਲੀ ਹੈ ਜੀ, ਸਾਰੇ ਜਾਣਦੇ ਆ। ਘਰ ਘਰ ਦੀ ਕਹਾਣੀ ਬਹੁਤ ਬੁਰੀ ਹੈ, ਜੋ ਨਹੀਂ ਵੇਖਿਆ ਨਹੀਂ ਸੁਣਿਆ ਉਹ ਹੀ ਚੰਗਾ ਹੈ। ਗੁਰੂ ਸਾਹਿਬ ਨੇ ਉਲਾਂਭਾ ਦਿੱਤਾ, ਭੈਣੇ ਕੀ ਕੀਤਾ ਤੁਸੀਂ ਨੇ? ਸ਼ਰਮਿੰਦਾ ਕਰ ਦਿੱਤਾ। ਮੈਂ ਦੀ ਉਮਰ 'ਚ ਬੜਾ ਛੋਟਾ ਸੀ ਤੁਹਾਡੇ ਤੋਂ, ਮੈਂ ਤੇ ਤੁਹਾਡੇ ਪੈਰੀ ਹੱਥ ਲਾਉਣੇ ਸੀ। ਅੱਗੇ ਭਰਾ ਵੱਡੀਆਂ ਭੈਣਾਂ ਦੇ ਪੈਰੀ ਹੱਥ ਲਾਉਂਦੇ ਹੁੰਦੇ ਸੀ, ਤੇ ਰਿਵਾਜ ਸੀ। ਅੱਜ ਵੀ ਹਰਿਆਣੇ ਵਿੱਚ ਜਾ ਕੇ ਵੇਖੋ, ਬੇਸ਼ੱਕ ਪੰਜਾਬ ਆਪਣੇ ਆਪ ਨੂੰ ਵੱਡਾ ਭਰਾ ਮੰਨਦਾ, ਹਰਿਆਣੇ ਦੇ ਇਸ ਇਲਾਕੇ 'ਚ ਜਾ ਕੇ ਵੇਖੋ, ਬਾਂਗਰ ਵਾਲੇ ਪਾਸੇ ਜਿਹੋ ਜਿਹੇ ਮਰਜ਼ੀ ਲੋਕ ਨੇ, ਅਵਗਣ ਛੱਡੋ, ਪਰ ਉਹਨਾਂ 'ਚ ਰਿਸਪੈਕਟ ਕਿੰਨੀ ਹੈ, ਇੱਜ਼ਤ ਕਿੰਨੀ ਹੈ, ਸਤਿਕਾਰ ਕਿੰਨਾ ਹੈ, ਕੋਈ ਜਾਣਦੇ ਆ। ਸਾਡੇ ਵਾਲੇ ਫੌਰਨ ਜਾ ਕੇ ਨਾ ਤੇ ਪੰਜਾਬੀ ਰਹੇ, ਨਾ ਹੀ ਅੰਗਰੇਜ਼ ਬਣ ਸਕੇ। ਆਖੋ ਸਤਿਨਾਮ। ਵਿੱਚ ਵਿਚਾਲੇ ਵਾਲੇ ਖਤਰਨਾਕ ਹੀ ਹੁੰਦੇ ਆ। ਅੱਧੇ ਇੱਕ ਅਸੀਂ ਵੈਸਟਰਨ ਕਲਚਰ ਚ, ਅੱਧੇ ਇੱਕ ਪੰਜਾਬੀ ਚ, ਨਾ ਪੰਜਾਬੀ ਬੋਲਣੀ ਚੱਜ ਨਾਲ ਆਉਂਦੀ, ਨਾ ਅੰਗਰੇਜ਼ੀ ਆਈ ਉਹਦੇ ਨਾਲ। ਬਸ ਫਿਰ ਵੇਖਦੇ ਹੋ ਨਾ ਤੁਸੀਂ ਕੀ ਗੱਲ ਹੈ। ਵਿੱਚ ਵਿਚਾਲੇ ਵਾਲੇ ਔਖੇ ਨੇ, ਦੁਖੀ ਨੇ। ਪਰ ਉਸ ਵੇਲੇ ਗੁਰੂ ਸਾਹਿਬ ਹੱਥ ਜੋੜ ਕੇ ਅੱਖਾਂ ਭਰ ਆਏ, ਭੈਣੇ ਮਾਫ ਕਰੀ, ਇਹ ਕੀ ਗੁਨਾਹ ਕੀਤਾ ਏ? ਭੁੱਖੀ ਕਰੀ ਬਾਤ ਜੋਗੋ ਨਾ ਐਸੇ, ਕਿਉਂ ਸੋ ਡਰੀ ਜੋ ਅਬੇ ਆਪ ਜੈਸੇ। ਅੱਖਾਂ ਭਰੀਆਂ ਸੀ ਭੈਣ ਦੀਆਂ ਭਰਾ ਆਪਣੇ ਨੂੰ ਵੇਖ ਕੇ, ਤੇ ਗੁਰੂ ਸਾਹਿਬ ਟੁੱਟ ਕੇ ਪੈ ਗਏ। ਭੈਣੇ ਮੇਰੀ ਇਹ ਕੀ ਪੁੱਠੀ ਗੱਲ ਕੀਤੀ ਹੈ? ਕਿਉਂ ਕੀਤਾ ਇਹਨਾਂ? ਚੰਗਾ ਨਹੀਂ ਸੀ ਲੱਗਦਾ, ਇਹ ਜੋਗ ਨਹੀਂ, ਇਹ ਜਾਇਜ਼ ਨਹੀਂ। ਤੇ ਭੈਣ ਦੀਆਂ ਅੱਖਾਂ 'ਚ ਹੰਝੂ ਸੀ। ਤੇ ਗੁਰੂ ਸਾਹਿਬ ਇੱਥੇ ਦੁਖੀ ਹੋਏ ਨੇ ਅੱਜ ਪਹਿਲੀ ਵਾਰ। ਰੱਬ ਕਦੇ ਦੁਖੀ ਨਹੀਂ ਹੁੰਦਾ। ਪਰਮਾਤਮਾ ਸੁੱਖਾਂ ਦੁੱਖਾਂ ਤੋਂ ਉੱਪਰ ਹੁੰਦੇ ਨੇ, ਪਰ ਇਹ ਪਰਮੇਸ਼ਰ ਪਿਆਰੇ ਇੱਥੇ ਜੀਵਨ ਦੇ ਚੋਰ ਵਰਤਾ ਰਹੇ ਨੇ। ਅੱਖਾਂ 'ਚ ਤਿਪ ਤਿਪ ਹੰਝੂ। ਭੈਣੇ ਕਿਹੜੀ ਦਰਗਾਹ ਬਖਸ਼ੂਗੀ? ਆਖੋ ਸਤਿਨਾਮ। ਕਿਉਂ ਗੁਨਾਹ ਕੀਤੇ? ਅੱਜ ਤੇ ਧੀ ਪੁੱਤ ਮਾਪਿਆਂ ਨੂੰ ਗਾਲਾਂ ਕੱਢ ਕੇ ਕਹਿੰਦੇ, ਓਏ ਬੁੜੇ ਸਾਡੇ ਨੂੰ ਅਕਲ ਨਹੀਂ ਹੈ। ਤੇ ਪੁੱਤ ਨੂੰ ਪੁੱਛ ਲਾ, ਉਹ ਬਾਪੂ ਨੂੰ ਗਾਲਾਂ ਕੱਢੀ ਜਾਂਦਾ, ਬਾਪੂ ਟਕੇ ਟਕੇ ਦੀਆਂ ਗਾਲਾਂ ਪੁੱਤ ਨੂੰ ਕੱਢਦਾ ਹੈ ਕੋਈ? ਇਹੀ ਗੱਲ ਹੈ। ਅੱਜ ਘਰਾਂ ਦੇ ਵਿੱਚੋਂ ਪਿਆਰ ਨਹੀਂ। ਅੱਜ ਤੇ ਬਸ ਭੈਣ ਭਰਾ ਵੀ ਬਸ ਚੱਲੀਆਂ ਮਾਰੀਆਂ, ਹੱਸ ਖੇਡ ਗਏ, ਇੱਕ ਦੂਜੇ ਨੂੰ ਮਾੜਾ ਚੰਗਾ ਬੋਲਤਾ। ਪਿਆਰੇ ਉਹਨਾਂ ਸਮਿਆਂ 'ਚ ਐਸਾ ਨਹੀਂ ਸੀ। ਭੈਣ ਭਰਾ ਕਿੱਦਾਂ ਮਿਲਦੇ ਸੀ? ਪੰਜਾਬ ਦਾ ਕਲਚਰ ਸੱਭਿਆਚਾਰ ਕੀ ਸੀ? ਇਤਿਹਾਸ ਨਾਲ ਨਾਲ ਦੱਸਦਾ ਆਉਂਦਾ ਹੈ। ਅੱਜ ਮਾਡਰਨ ਜ਼ਰੂਰ ਹੋਏ ਆ, ਨਾਲ ਨਾਲ ਅਸੀਂ ਨੀਚਤਾ ਦੀਆਂ ਹੱਦਾਂ ਪਾਰ ਕਰ ਗਏ। ਅੱਜ ਸਾਡੇ ਪਰਿਵਾਰ ਵਿੱਚ ਬੈਠਿਆਂ ਸਾਨੂੰ ਇਹ ਨਹੀਂ ਕੋਈ ਕਹਿ ਸਕਦਾ ਭੈਣ ਭਰਾ ਬੈਠੇ, ਇਹ ਮਾਂ ਬਾਪ ਬੈਠੇ ਆ ਕੋਲੇ, ਨਾ ਸਾਨੂੰ ਬੋਲਣ ਦਾ ਪਤਾ, ਨਾ ਵੇਖਣ ਦਾ ਪਤਾ, ਨਾ ਬੁਲਾਉਣ ਦਾ ਪਤਾ। ਵੀ ਅੱਗੇ ਤੇ ਸੰਗਾ ਸ਼ਰਮਾ ਬੜੀਆਂ ਵੱਡੀਆਂ ਚੀਜ਼ਾਂ ਸੀ, ਸਤਿਕਾਰ ਸੀ, ਰੁਤਬੇ ਸੀ। ਇਹੀ ਰੁਤਬੇ ਪੂਜੇ ਜਾਂਦੇ ਹੁੰਦੇ ਸੀ। ਤੇ ਗੁਰੂ ਸਾਹਿਬ ਨੇ ਗੁੱਸਾ ਕੀਤਾ ਉਸ ਵੇਲੇ, ਝੜਕ ਦਿੱਤਾ ਆਪਣੀ ਭੈਣ ਨੂੰ। ਭਾਵੇਂ ਵੱਡੇ ਆ, ਕਿਉਂਕਿ ਜਿੱਥੇ ਗੱਲ ਸੰਸਕਾਰਾਂ ਦੀ ਆ ਜੇ ਉੱਥੇ ਕੋਈ ਲਿਹਾਜ਼ ਨਹੀਂ। ਭਾਵੇਂ ਵੱਡੇ ਹੋਣ, ਭਾਵੇਂ ਹੁਣ ਛੋਟੇ। ਮਰਦ ਕਹਿੰਦੇ ਭੈਣ ਜੀ ਤੁਸੀਂ ਇਹ ਗੁਨਾਹ ਕੀਤਾ ਬੜਾ ਵੱਡਾ, ਇਹ ਬਖਸ਼ਿਆ ਨਹੀਂ ਜਾਣਾ। ਕਿਉਂ ਕੀਤਾ? ਕਿਉਂ ਮੱਥਾ ਟੇਕਿਆ? ਤੁਹਾਡੇ ਤੋਂ 5 ਸਾਲ ਉਮਰ ਵਿੱਚ ਛੋਟੇ ਆ, ਤੁਸੀਂ ਤੇ ਸਾਡੇ ਸਿਰ ਤੇ ਹੱਥ ਰੱਖਣਾ ਸੀ, ਅਸੀਂ ਤੁਹਾਡੇ ਪੈਰ ਹੀ ਹੱਥ ਲਾਉਣੇ ਸੀ। ਕਹਿੰਦੇ ਭੈਣ ਫੁੱਟ ਫੁੱਟ ਕੇ ਉੱਠ ਗਈ, ਹੱਥ ਜੋੜ ਕੇ ਸਾਹਮਣੇ ਖੜੀ। ਅੱਗੇ ਭੈਣ ਭਰਾ ਇੰਨੀ ਦੂਰੋਂ ਮਿਲਦੇ ਹੁੰਦੇ ਸੀ। ਇਸੀ ਸਤਿਯੁਗ ਕਲਯੁਗ ਦੇ ਸਮੇਂ ਦੇ ਵਿੱਚ ਭੈਣ ਨਾਨਕੀ ਹੱਥ ਜੋੜ ਖੜੀ ਹੈ। ਇੰਨੇ ਨੂੰ ਪਰਮਾਨੰਦ ਜੀ ਆ ਕੇ ਕਹਿੰਦੇ ਧੀਏ ਕੌਣ ਆਇਆ? ਬੋਲਿਆ ਨਹੀਂ ਗਿਆ। ਵੀ ਮੇਰੇ ਵੀਰ ਆਏ ਨੇ, ਖੁਸ਼ੀ ਵਿੱਚ ਹੀ ਨਮਸਕਾਰ ਉਹਨਾਂ ਨੇ ਕਰ ਦਿੱਤੀ ਹੈ, ਪਰ ਅੰਦਰੋਂ ਮਨ ਉਛਲਿਆ ਹੋਇਆ ਸੀ। ਬੜੇ ਦਿਨਾਂ ਬਾਅਦ ਅਚਨਚੇਤ ਸਤਿਗੁਰਾਂ ਨੂੰ ਵੇਖਿਆ ਏ। ਕਹੈ ਨਾਨਕੀ ਸਾਚ ਜੈਸੇ ਬਖਾਨੀ, ਜੁਈ ਹੋਈ ਭਰਾਤਾ ਕਹੋ ਸੋ ਪਰਮਾਨੀ। ਤੇ ਭੈਣ ਨਾਨਕੀ ਹੱਥ ਜੋੜ ਕੇ ਬੋਲੇ, ਨਾਨਕ ਜੀ ਮੈਂ ਤੇ ਤੁਹਾਨੂੰ ਕਦੇ ਭਰਾ ਵੀਰ ਸਮਝਿਆ ਹੀ ਨਹੀਂ। ਆਖੋ ਸਤਿਨਾਮ। ਤੁਸੀਂ ਉਲਾਂਭਾ ਦੇ ਰਹੇ ਹੋ, ਵੱਡੀ ਭੈਣ ਹੈ, ਮੈਂ ਤੇ ਮੱਥਾ ਟੇਕਣਾ ਸੀ, ਤੁਸੀਂ ਪੈਰੀ ਕਿਉਂ ਹੱਥ ਲਾਤੇ? ਭੈਣ ਨਾਨਕੀ ਕਹਿੰਦੀ ਮੈਂ ਤੇ ਤੁਹਾਨੂੰ ਕਦੇ ਭਰਾ ਮੰਨਿਆ ਹੀ ਨਹੀਂ, ਭਰਾ ਸਮਝਿਆ ਹੀ ਨਹੀਂ। ਜੇ ਭਰਾ ਸਮਝਿਆ ਹੁੰਦਾ ਤੇ ਤੁਹਾਡੇ ਸਿਰ ਤੇ ਹੱਥ ਰੱਖਦੀ। ਅੱਗੇ ਭੈਣ ਭਰਾਵਾਂ ਦੇ ਪਿਆਰ ਐਸੇ ਹੁੰਦੇ ਸੀ। ਅੱਜ ਤੇ ਭੈਣਾਂ ਕੋਰਟ ਜਾ ਕੇ ਖੜ ਜਾਂਦੀਆਂ ਵੀ ਜੇ ਜ਼ਮੀਨ ਦੇਗਾ ਨਾ ਤੇ ਤਾਂ ਰੱਖੜੀ ਬੰਨਣ ਆਉਂਦੀ, ਬਾਕੀ ਸੋਚਣਾ ਹਿਸਾਬ ਕਿਤਾਬ ਕੀ ਹੈ। ਨਾ ਭੈਣਾਂ ਘੱਟ, ਨਾ ਭਰਾ ਘੱਟ, ਹਰ ਪਾਸੇ ਮਾਇਆ, ਮਾਇਆ ਤੋਂ ਵੱਧ ਕੇ ਹੈ ਕੀ? ਭੈਣ ਜੀ ਉਸ ਵੇਲੇ ਆਪਣੇ ਵੀਰ ਦੇ ਸਾਹਮਣੇ ਹੱਥ ਜੋੜ ਬੇਨਤੀ ਕਰਦੇ ਆ। ਉਮਰ ਵਿੱਚ ਛੋਟੇ ਨੇ, ਅੰਦਰਾਂ ਨੂੰ ਨਹੀਂ ਕਿਹਾ ਜੇ
आखन लगी मैं तुहानू वीर ही नहीं समझिया कदे, भरा मन्निया ही कदे नहीं। नहीं भरात कांके जगन ईश पीखो, हृदय अपने मैं भराता पी लिखो। आपको पता की कहते हैं किहदे भरा हो तुसीं? गुरु नानक साहब नूं भैण दा सवाल है, मैनू दसो किहदे भरा हो? कौन तुहाडी भैण है? ना तुहाडी कोई मां ते ना तुहाडा पिता, ना भैण ना भरा। ओ जगत दे मालका रब्बा मेरिया, तू ते परमेश्वर है, तेनू कदे मैं भरा मन्निया ही नहीं। आखो सतनाम। वो जिक्र करते आ अबनासी जीवन को दाता सिमरत सब मन खोई, जिदा रूप रंग आकार कोई नहीं। कहता कहते तू भरा ही नहीं किसी का, तू पुत नहीं किसी का। गुरबाणी पढ़ो अनेकों प्रमाण मिल जाएंगे भी है रब्बा तेरा पिता कोई नहीं, तेरे माँ बाप कोई नहीं, तेरे भैन भरा कोई नहीं, तेरा संग साथ कोई नहीं, तू सृष्टि बनाने वाला, तेरा रूप रंग कोई नहीं। भाव भैन नानकी जी ब्रह्म ज्ञान की अवस्था च रहिंदे आ। उन्होंने बचपन तो अपने वीर नूं कदे वीर नहीं समझिया। जिदन पिता ने थप्पड़ मारे, चपेड़ा मारिया, उधर भी अगे होके आखदे सी कहते पिता जी खबरदार, अज ते नानक जी नूं हथ लाता किते गलती ना करियो, परमेश्वर है प्यारा प्रीतम है। हुण गुरु साहब सुल्तानपुर लोधी की धरती ते आके इत्थे जो चो जाओगे तुसीं सुणी लैणे ने अगे की कुछ होना है। भैन अखां चों अथरू डोल लगे, आखण लगी रब्बा जिदन दा तुसीं अवतार धारण कीता मैं ते कदे तुहानू भरा समझिया ही नहीं। आखो सतनाम। रब जान के पूजे कोई अगे सच्ची रिश्ते रब्बा वर्गे हुंदे सी। भैन भरा दा रिश्ता रब वर्गा, मां बाप दा रिश्ता रब वर्गा, धी पुत दा रिश्ता रब वर्गा, चाचे ताए रब वर्गे। हुण हरेक रिश्ता ही लुट्टण नूं फिरदा। आखो सतनाम। भी ये तो किन्ने पैसे इकट्ठे करना, इथों मैनू की मिल सकता है? सिर्फ मतलब की कंध घर तो शुरू हो जाती, फिर मित्र दोस्तों तक जाती है, जिंदगियां पार कर जाती, उच्ची होती जाती दीवार। गुरु नानक साहब जी के सन्मुख भैन ने स्पष्ट कह दिता मैं ना भरा कदे मन्निया सी, ना तुसी भरा हो मेरे। रब सी रब हो ते परमात्मा ही रहोगे। ना आदिं नहीं भरात काके, ना आदिंग ना अंतिंग बेअंतिंग स्वरूपिंग। पिता है ना माता ना बंदिंग अनूपिंग। तुसी आद काल तो हो ਜਦੋਂ ਕੋਈ ਸਮਾਂ ਨਹੀਂ ਸੀ, ਅੱਜ ਵੀ ਤੁਸੀਂ ਹੋ, ਸਦਾ ਤੁਸੀਂ ਰਹੋਗੇ। ਬਾਣੀ ਦੇ ਸ਼ਬਦ ਆਉਂਦੇ ਨੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਆਦ ਪੁਰਖ ਅਜੋਰ ਮੂਰਤ ਤੁਸੀਂ ਤੇ ਹੋ, ਜਿਨ੍ਹਾਂ ਦਾ ਗੁਰੂ ਨਹੀਂ ਕੋਈ, ਜਿਨ੍ਹਾਂ ਦਾ ਪੀਰ ਨਹੀਂ ਕੋਈ, ਰਹਿਬਰ ਨਹੀਂ ਕੋਈ, ਭਰਾ ਨਹੀਂ ਕੋਈ, ਮਾਂ ਬਾਪ ਨਹੀਂ, ਜਿਨ੍ਹਾਂ ਦਾ ਆਕਾਰ ਨਹੀਂ ਕੋਈ। ਪਾਤਸ਼ਾਹ ਤੁਸੀਂ ਰੱਬ ਹੋ ਮੇਰੇ। जब भैन नेत्र बंद करे अपने वीर की महिमा करती सी, प्यार च जी। गुरु नानक साहब जी ने मौका वेख्या, भैन के चरणों ते सिर रखता। आखो सतनाम। कहंदे भैणे बदला पूरा ते भैन दा शरीर कंब गया, अखां भर आईयां, हाथ जोड़ के वीरा क्यों कीता? सतगुर कहंदे भैणे तू मैनूं गोद च खड़ाया है, इन्ना प्यार कीता, रब वर्गा तेरा रूप है, तू रब दा स्वरूप है। भैन जी घर भी ले आई। भाई बाला जी वेले पैरी हथ ला के भावे सेम उम्र हन पर भैन भैन है। अगे भैणा भरावां दे रिश्ते मां बाप वर्गे हुंदे सी। जिउं-जिउं जमाना अगे जांदा ना रिश्ते डिजिटल हो गए। हुण डिजिटल चीज़ां कोई भी इलैक्ट्रॉनिक हुण वायरस ते हुंदा है। हुण ते हर रिश्ते च एक तो एक खतरनाक वायरस है। जिंदगी लंघ जाती है सफाइयां दा एंटीवायरस लाउंदे, मैं हो जानी मैं हो जानी, कहते सानूं पता तू की चीज़ है। मुंह ते सारे बैठे आ, पिठ पिछों सब बुराइयां करते आ। इस करके नो एंटीवायरस, कोई जरूरत नहीं। असीं इहो ਜਿਹੇ ही हां, जिन्हों जिहो जिहा ठीक लगता है वरतो ना वरतो कोई गल नहीं। जीवन में सफाइयां देनियां छड्ड दिओ, महान हो जाओ, उसे दिन हो जाओगे। चंगे हो माड़े हो अपने आप लई हो, किसी लई नहीं। गुरु नानक साहब महाराज घरे आए, भैन नूं इन्ना सुझे बिठावा किथे चाहिए ना सी। हस के भाई बाला जी कहते भैन जी बैठण नूं नहीं कहोगे? भैन ने मंजा खिंचिया, उस वेले बाहर वेड़े च कहते वीरे बैठो। छन्ना लस्सी का भर के लेके आए, शिकाया सुख संत पुछी। मर्द सुल्तानपुर लोधी आ गए,
उधर मां त्रिपदा रात की रोटी नहीं खाती, मां नूं नींद नहीं आती, मन भरिया होया है, पिता भी बेचैन होया फिरदा मैं की कर लिया, पुत मेरा चलिया गया, उन्हें नहीं आना, वो फकीर है, वो साधु है, बेपरवाह है, किसी की परवाह नहीं करता, जो कुछ भी होएगा कल शाम दे दीवाना सरबन कर। वाहिगुरु वाहिगुरु